ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਨੇ ਸਨੇ ਚਲ ਸਹਿਜ ਸੁਭਾਏ। ਪੀਛੇ ਸਗਰੀ ਸੰਗਤ ਜਾਏ। ਸਨੇ ਸਨੇ ਚਲ ਸਹਿਜ ਸੁਭਾਏ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਸਦਾ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀ, ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜੋ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਕਿਰਪਾ ਹੋਈ ਹੈ। ਆਪਾਂ ਸਾਰੇ ਹੀ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ, ਸਤਿਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹਾਂ। ਆਓ ਬੜੇ ਪਿਆਰ ਨਾਲ ਹੁਣ ਆਪਾਂ ਲੜੀਵਾਰ ਕਥਾ ਸਰਵਣ ਕਰਨੀ ਹੈ। ਬਾਬਾ ਜੀ ਬਾਬੇ ਦਾਤੂ ਜੀ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਬਹੁਤ ਵੱਡੀ ਅਵਸਥਾ ਹੈ, ਆਪ ਗੁਰਤਾ ਗੱਦੀ ਦੇ ਜਿਹੜੇ ਮਾਲਕ ਹਨ, ਉਹਨਾਂ ਦੀ ਬੇਅਦਬੀ ਕੀਤੀ ਹੈ। ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਸੰਨ ਸਾਹਿਬ ਵਾਲੀ ਥਾਂ 'ਤੇ ਉੱਥੇ ਚਲੇ ਗਏ ਆ। ਸੰਗਤਾਂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਲਈ ਬੇਬਲ ਹੋ ਗਈਆਂ ਜੀ। ਸੰਗਤਾਂ ਦੀ ਬੇਬਲਤਾ ਜਿਹੜੀ ਹੈ ਉਹ ਕੱਲ੍ਹ ਦੀ ਕਥਾ ਵਿੱਚ ਤੁਸੀਂ ਸਰਵਣ ਕੀਤੀ। ਸਤਿਗੁਰੂ ਜੀ ਮਿਹਰ ਕਰਨ, ਸਤਿਗੁਰੂ ਜੀ ਦੇ ਦਰਸ਼ਨਾਂ ਤੋਂ ਬਗੈਰ ਸਿੱਖ ਦਾ ਕੋਈ ਜੀਵਨ ਨਹੀਂ ਹੈਗਾ ਜੀ। ਵੇਖੋ ਜਿਹੜੇ ਪਿਆਰ ਵਾਲੇ ਹੈ, ਜਿਨ੍ਹਾਂ ਦੀ ਬਾਣੀ ਆਪਾਂ ਪੜ੍ਹਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਉਹ ਤੇ ਬਾਣੀ ਵਿੱਚ ਇਹ ਵੀ ਕਹਿੰਦੇ ਆ ਕਿ ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ। ਇਹ ਗੱਲ ਵੱਖਰੀ ਹੈ, ਕਹਿਣ ਸੁਣਨ ਵਾਲਿਆਂ ਦੀ ਅਵਸਥਾ ਹੋਵੇ ਜਾਂ ਨਾ ਹੋਵੇ, ਪਰ ਗੁਰੂ ਰਾਮਦਾਸ ਜੀ ਨੇ ਸ਼ਬਦ ਗੁਰੂ ਅਮਰਦਾਸ ਜੀ ਲਈ ਲਿਖਿਆ ਜੀ। ਕਹਿੰਦੇ ਬਿਨਾਂ ਗੁਰੂ ਜੀ ਦੇ ਦਰਸ਼ਨਾਂ ਤੋਂ ਮੈਨੂੰ ਨੀਂਦ ਨਹੀਂ ਆਉਂਦੀ ਜੀ। ਥੋੜ੍ਹਾ ਸਮਾਂ ਬੰਦੇ ਨੂੰ ਨੀਂਦ ਨਾ ਆਵੇ, 2-3 ਦਿਨ ਨੀਂਦ ਨਾ ਆਵੇ, ਬੰਦਾ ਚਿੰਤਾ 'ਚ ਪੈ ਜਾਂਦਾ, ਟੈਨਸ਼ਨ ਵਿੱਚ ਪੈ ਜਾਂਦਾ ਵੀ ਕਿਹੜਾ ਰੋਗ ਲੱਗ ਗਿਆ ਜਿਹਦੇ ਕਰਕੇ ਮੈਨੂੰ ਨੀਂਦ ਨਹੀਂ ਆ ਰਹੀ ਜੀ। ਨੀਂਦ ਬਹੁਤੀ ਚਿੰਤਾ ਹੋਵੇ ਤਾਂ ਵੀ ਨਹੀਂ ਆਉਂਦੀ ਜੀ, ਅਤੇ ਸਰੀਰ ਦੇ ਵਿੱਚ ਨੁਕਸ ਪੈ ਜੇ ਤਾਂ ਵੀ ਨੀਂਦ ਨਹੀਂ ਆਉਂਦੀ ਬੰਦੇ ਨੂੰ ਜੀ। ਅਤੇ ਗੁਰੂ ਰਾਮਦਾਸ ਸਾਹਿਬ ਬਾਣੀ ਵਿੱਚ ਕਹਿੰਦੇ ਪਿਆਰਿਓ, ਜਿੰਨਾ ਚਿਰ ਤੱਕ ਮੈਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਨਹੀਂ ਕਰ ਲੈਂਦਾ ਮੈਨੂੰ ਨੀਂਦ ਨਹੀਂ ਆਉਂਦੀ। ਕਹਿੰਦੇ ਇਹ ਗੁਰੂ ਜੀ ਦੀ ਅਵਸਥਾ ਤੇ ਹੋ ਸਕਦੀ ਹੈ, ਪਰ ਮੈਨੂੰ ਮਾਫ ਕਰਿਓ,
ਰੱਜ ਕੇ ਬੰਦਾ ਸ਼ਬਦ ਪੜ੍ਹ ਕੇ ਰੱਜ ਕੇ ਸੌਂ ਜਾਂਦਾ ਜੀ ਜੀ। ਇਹ ਸ਼ਬਦ ਪੜ੍ਹ ਲਿਆ ਨਾ ਜੀ, ਫਿਰ ਰੱਜ ਕੇ ਸੌਂ ਵੀ ਜਾਣਾ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਬਖਸ਼ਿਸ਼ ਕਰਨ। ਸੰਗਤਾਂ ਬਹੁਤ ਵਿਆਕੁਲ ਹੋ ਗਈਆਂ ਜੀ, ਤੇ ਸੰਗਤਾਂ ਦੁਖੀ ਹੋਈਆਂ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਗਈਆਂ ਜੀ। ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਜਾ ਕੇ ਹੱਥ ਜੋੜੇ, ਅਰਦਾਸ ਕੀਤੀ, ਪ੍ਰਸ਼ਾਦ ਰੱਖਿਆ ਤੇ ਬਾਬਾ ਜੀ ਨੂੰ ਆਖਿਆ, ਬਾਬਾ ਜੀ ਤੁਸੀਂ ਗੁਰੂ ਸਾਹਿਬ ਦੇ ਬਰਾਬਰ ਹੋ, ਤੁਹਾਡੇ ਵਿੱਚ ਤੇ ਗੁਰੂ ਸਾਹਿਬ ਵਿੱਚ ਫਰਕ ਨਹੀਂ ਹੈ। ਤੁਸੀਂ ਕਿਰਪਾ ਕਰੋ ਤੇ ਸਾਨੂੰ ਗੁਰੂ ਜੀ ਦੇ ਦਰਸ਼ਨ ਕਰਾ ਦਿਓ। ਧੰਨ ਨੇ ਬਾਬਾ ਬੁੱਢਾ ਸਾਹਿਬ, ਜਿਨ੍ਹਾਂ ਦੀ ਅਵਸਥਾ ਇਹ ਹੈ, ਨੇਤਰ ਬੰਦ ਕੀਤੇ, ਸਭ ਨਜ਼ਰੀ ਆ ਗਿਆ ਵੀ ਸਤਿਗੁਰੂ ਕਿੱਥੇ ਨੇ। ਪਰ ਬਾਬਾ ਜੀ ਬੋਲ ਕੇ ਨਹੀਂ ਦੱਸਣਾ ਚਾਹੁੰਦੇ। ਜੇ ਬੋਲ ਕੇ ਬਾਬਾ ਜੀ ਦੱਸਦੇ ਤੇ ਕਰਾਮਾਤ ਜ਼ਾਹਰ ਹੁੰਦੀ ਹੈ। ਸਿੱਖ ਇਸ ਗੱਲੋਂ ਬੜਾ ਸੁਚੇਤ ਰਹਿੰਦਾ ਹੈ ਜੀ, ਬਹੁਤ ਸੁਚੇਤ ਰਹਿੰਦਾ ਹੈ। ਕਰਾਮਾਤ ਨਹੀਂ ਬਾਬਾ ਜੀ ਨੇ ਵਿਖਾਉਣੀ। ਇਸ ਕਰਕੇ ਬਾਬਾ ਜੀ ਸੰਗਤ ਨੂੰ ਕਹਿੰਦੇ ਚਲੋ ਗੋਇੰਦਵਾਲ ਸਾਹਿਬ। ਗੋਇੰਦਵਾਲ ਸਾਹਿਬ ਗਏ, ਚੌਬਾਰਾ ਸਾਹਿਬ ਮੱਥਾ ਟੇਕ ਕੇ ਅਰਦਾਸ ਕੀਤੀ ਬਾਬਾ ਜੀ ਨੇ। ਅਰਦਾਸ ਕਰਨ ਤੋਂ ਬਾਅਦ ਸੰਗਤ ਨੂੰ ਪੁੱਛਿਆ, ਸੰਗਤ ਨੇ ਦੱਸਿਆ ਬਾਬਾ ਦਾਤੂ ਸਾਰਾ ਕੁਝ ਲੈ ਗਿਆ, ਘੋੜੀ ਨਹੀਂ ਲੈ ਕੇ ਗਿਆ। ਤੇ ਬਾਬਾ ਜੀ ਨੇ ਆਖਿਆ ਵੀ ਫਿਰ ਗੁਰੂ ਸਾਹਿਬ ਦੇ ਦਰਸ਼ਨ ਘੋੜੀ ਕਰਾਵੇਗੀ। ਗੱਜ ਕੇ ਆਖੋ ਵਾਹਿਗੁਰੂ। ਘੋੜੀ ਤਿਆਰ ਕਰੋ, ਇਸ਼ਨਾਨ ਕਰਾਓ, ਫੁੱਲਾਂ ਦੇ ਨਾਲ ਸਜਾਓ, ਕਾਠੀ ਪਾਓ, ਇਹ ਘੋੜੀ ਸਾਨੂੰ ਸੱਚੇ ਪਾਤਸ਼ਾਹ ਜੀ ਤੱਕ ਲੈ ਕੇ ਜਾਏਗੀ। ਸੋ ਕੱਲ ਆਪ ਜੀ ਨੇ ਸਰਵਣ ਕੀਤਾ, ਇੱਕ ਕਾਫਲਾ ਤੁਰਿਆ ਜੀ। ਅੱਗੇ ਅੱਗੇ ਸੱਜੀ ਹੋਈ ਘੋੜੀ ਹੈ, ਪਿੱਛੇ ਪਿੱਛੇ ਸਤਿਗੁਰੂ ਜੀ ਦੀਆਂ ਸੰਗਤਾਂ ਹਨ, ਤੇ ਵਿੱਚ ਸੰਗਤਾਂ ਦੇ ਬਾਬਾ ਬੁੱਢਾ ਸਾਹਿਬ ਜੀ ਜਾ ਰਹੇ ਨੇ। ਹੁਣ ਉਹ ਗੋਇੰਦਵਾਲ ਸਾਹਿਬ ਤੋਂ ਤੁਰੀ ਹੈ, ਸੰਨ ਸਾਹਿਬ ਤੱਕ ਆਉਣਾ ਹੈ। ਰਸਤੇ ਵਿੱਚ ਜਿਹੜਾ ਜਿਹੜਾ ਪ੍ਰੇਮੀ ਵੇਖਦਾ ਗਿਆ ਉਹ ਸ਼ਾਮਲ ਹੁੰਦਾ ਗਿਆ ਜੀ, ਵੀ ਮੈਂ ਵੀ ਮਹਾਰਾਜ ਦੇ ਦਰਸ਼ਨ ਕਰਨੇ ਆ। ਹੁਣ ਇਹਦੇ ਤੋਂ ਅੱਗੇ ਕਥਾ ਵਿਚਾਰ ਜਿਹੜੀ ਹੈ ਉਹ ਆਪਾਂ ਸਰਵਣ ਕਰੀਏ। ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਧੰਨ ਮਹਾਰਾਜ। ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ। ਸਨੇ ਸਨੇ ਚੱਲ ਸਹਿਜ ਸੁਭਾਏ। ਘੋੜੀ ਜਿਹੜੀ ਹੈ ਤੇਜ਼ ਨਹੀਂ ਚੱਲ ਰਹੀ ਜੀ। ਵੇਖੋ ਘੋੜੀ ਵੀ ਬੜੀ ਸਿਆਣੀ ਹੈ। ਘੋੜੀ ਭੱਜਣ ਲੱਗ ਪਏ, ਸੰਗਤ ਨੇ ਕਿਵੇਂ ਮਗਰ ਭੱਜਣਾ ਜੀ। ਉਹ ਗੁਰੂ ਸਾਹਿਬ ਦੀ ਘੋੜੀ ਹੈ ਜੀ। ਬੜੇ ਸਹਿਜੇ ਸਹਿਜੇ ਘੋੜੀ ਜਿਹੜੀ ਹੈ ਉਹ ਚੱਲ ਰਹੀ ਹੈ। ਹਾਂਜੀ, ਪੀਛੇ ਸਗਰੀ ਸੰਗਤ ਜਾਏ। ਘੋੜੀ ਦੇ ਪਿੱਛੇ ਪਿੱਛੇ ਸਾਰੀ ਸੰਗਤ ਤੁਰੀ ਹੋਈ ਜਾ ਰਹੀ ਹੈ ਜੀ। ਹਾਂਜੀ, ਬੁੱਢੇ ਆਦਿਕ ਸਿੱਖ ਸਮੁਦਾਏ। ਤੇ ਸਾਧ ਸੰਗਤ ਜੀ, ਸੰਗਤ ਵਿੱਚ ਕੌਣ ਕੌਣ ਹੈ? ਸੰਗਤ ਵਿੱਚ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸ਼ਾਮਲ ਹਨ। ਹਾਂਜੀ, ਅਵਲੋਕਤ ਬੜਵਾ ਬਿਸਮਾਏ। ਸੰਗਤ ਸਾਰੀ ਬਾਬਾ ਵਾਹਿਗੁਰੂ ਉਹ ਘੋੜੀ ਨੂੰ ਵੇਖ ਕੇ ਬੜੀ ਹੈਰਾਨ ਹੋ ਰਹੀ ਹੈ। ਕਿਵੇਂ ਘੋੜੀ ਸਹਿਜੇ ਸਹਿਜੇ ਚੱਲ ਰਹੀ ਹੈ, ਸਾਰੀ ਸੰਗਤ ਨੂੰ ਨਾਲ ਲੈ ਕੇ ਚੱਲ ਰਹੀ ਹੈ। ਕਮਾਲ ਦੀ ਗੱਲ ਹੈ। ਗੁਰੂ ਮਿਹਰ ਕਰੇ, ਬੇਜ਼ੁਬਾਨ ਜਾਨਵਰ ਹੀ ਨਹੀਂ ਮਾਣੇਗਾ ਜੀ। ਹਾਂਜੀ, ਜੇ ਗੁਰੂ ਸਾਹਿਬ ਮਿਹਰ ਕਰ ਦੇਣ ਨਾ, ਬੇਜ਼ੁਬਾਨ ਜਾਨਵਰ ਨਹੀਂ ਮਾਣੇਗਾ ਤੇ ਬੰਦਾ ਤੇ ਬੜੀ ਵੱਡੀ ਗੱਲ ਹੈਗੀ ਜੀ। ਹਾਂਜੀ, ਕਿਤੇ ਹਰੇਖਾ ਉੱਚੋ ਕਰੈ। ਤੇ ਰਸਤੇ ਵਿੱਚ ਕਦੀ ਕਦੀ ਤਾਂ ਘੋੜੀ ਉੱਚੀ ਉੱਚੀ ਹਿਣਕਣ ਲੱਗ ਪੈਂਦੀ ਹੈ ਜੀ। ਹਾਂਜੀ, ਕਿਤ ਚੰਚਲਤਾ ਜੁਤ ਪਗ ਧਰੈ। ਤੇ ਕਦੀ ਕਦੀ ਵਿੱਚ ਉਹ ਜ਼ੋਰ ਵੀ ਵਿਖਾ ਦਿੰਦੀ ਹੈ ਆਪਣੇ, ਥੋੜਾ ਤੇਜ਼ ਵੀ ਤੁਰਨ ਲੱਗ ਪੈਂਦੀ ਹੈ। ਸੰਗਤ ਤੇਜ਼ ਤੇਜ਼ ਮਗਰ ਭੱਜਣ ਲੱਗ ਪੈਂਦੀ ਹੈ। ਹਾਂਜੀ, ਕਿਤਕ ਦੂਰ ਤੇ ਕੋਸ਼ਠ ਦੇਖਾ। ਗੋਇੰਦਵਾਲ ਸਾਹਿਬ ਤੋਂ ਚੱਲੀ ਉਹ ਘੋੜੀ ਤੇ ਪਿੱਛੇ ਪਿੱਛੇ ਗੁਰੂ ਜੀ ਦੀਆਂ ਸੰਗਤਾਂ। ਚੱਲਦਿਆਂ ਚੱਲਦਿਆਂ ਸਾਧ ਸੰਗਤ ਜੀ ਸੰਨ ਸਾਹਿਬ ਵਾਲੀ ਥਾਂ ਤੇ ਆ ਗਏ ਜੀ। ਬਾਸਰ ਕੇ ਗਿੱਲਾਂ ਆ ਗਏ ਜੀ। ਹੁਣ ਉਹ ਛਿਹਾਟਾ ਸਾਹਿਬ ਲੱਗੇ ਆ ਜੀ, ਬਾਸਰ ਕੇ ਗਿੱਲਾਂ ਤੇ ਗੋਇੰਦਵਾਲ ਸਾਹਿਬ ਬੜਾ ਫਰਕ ਹੈ ਜੀ।
ਲੰਮਾ ਸਮਾਂ ਲੱਗਾ ਪਹੁੰਚਦਿਆਂ ਜੀ। ਤੇ ਪਿਆਰਿਓ ਹੁਣ ਘੋੜੀ ਦੀ ਸਮੱਤ ਵੇਖੋ, ਗੱਜ ਕੇ ਆਖੋ ਵਾਹਿਗੁਰੂ। ਕਿਤਕ ਦੂਰ ਤੇ ਕੋਸ਼ਟ ਦੇਖਾ, ਜਦੋਂ ਉਸ ਘੋੜੀ ਨੇ ਮਹਾਰਾਜ ਜੀ ਦਾ ਕੋਠਾ ਸਾਹਿਬ ਵੇਖਿਆ, ਜਿਹਦੇ ਵਿੱਚ ਸੱਚੇ ਪਾਤਸ਼ਾਹ ਬੈਠੇ ਆ ਸਮਾਧੀ ਲਾ ਕੇ। ਥਿਤ ਹੋਵੈ ਊਚੋ ਕੀਨ ਹਰੇਖਾ। ਤੇ ਘੋੜੀ ਨਾ ਉਸ ਕੋਠਾ ਸਾਹਿਬ ਨੂੰ ਵੇਖਦਿਆਂ ਸਾਰੀ ਉੱਚੀ ਉੱਚੀ ਹਿਣਕਣ ਲੱਗ ਪਈ ਜੀ। ਗੱਜ ਕੇ ਆਖੋ ਵਾਹਿਗੁਰੂ। ਵੇਖੋ ਸੱਜੀ ਹੋਈ ਹੈ, ਫੁੱਲਾਂ ਨਾਲ ਸਜਾਈ ਹੋਈ ਹੈ, ਕਾਠੀ ਉਹਦੇ ਤੇ ਪਈ, ਤਿਆਰ ਬਰ ਤਿਆਰ ਹੈ ਜੀ। ਤੇ ਫੁੱਲਾਂ ਦੇ ਨਾਲ ਸੱਜੀ ਹੋਈ ਉੱਚੀ ਉੱਚੀ ਕੋਠਾ ਸਾਹਿਬ ਦੇ ਦਰਸ਼ਨ ਕਰਕੇ ਹਿਣਕਣ ਲੱਗ ਪਈ ਜੀ। ਹਾਂਜੀ। ਬਹੁਰ ਅਗਾਰੀ ਕੀਨ ਪਿਆਨਾ। ਫਿਰ ਉਹ ਘੋੜੀ ਨੇ ਕੀ ਕੀਤਾ ਜੀ, ਅੱਗੇ ਅੱਗੇ ਤੁਰਨਾ ਸ਼ੁਰੂ ਕਰ ਦਿੱਤਾ ਜੀ। ਕੋਠਾ ਸਾਹਿਬ ਵੱਲ ਵਧਣਾ ਸ਼ੁਰੂ ਹੋ ਗਈ ਜੀ ਘੋੜੀ। ਹਾਂਜੀ। ਗਈ ਤਹਾਂ ਕੋਸ਼ਟ ਜਿਸ ਥਾਨਾ। ਉਸ ਥਾਂ ਵੱਲ ਗਏ, ਉਸ ਪਾਸੇ ਗਏ ਜਿੱਧਰ ਕੋਠਾ ਸਾਹਿਬ ਹੈਗਾ ਜੀ। ਹਾਂਜੀ। ਦੂਰ ਦੂਰ ਫਿਰ ਚਾਹੋ ਦਿਸ਼ ਤਾਹੀ। ਪੁਨ ਦਰ ਦਿਸ਼ ਗਮਨੀ ਹੋਏ ਪਾਹੀ। ਵਾਹ ਵਾਹ, ਗੱਜ ਕੇ ਆਖੋ ਵਾਹਿਗੁਰੂ। ਤੇ ਘੋੜੀ ਨੇ ਪਤਾ ਕੀ ਕੀਤਾ ਜੀ, ਘੋੜੀ ਨੇ ਉਸ ਕੋਠਾ ਸਾਹਿਬ ਦੀ ਪਰਿਕਰਮਾ ਕੀਤੀ ਜੀ, 4 ਚੁਫੇਰੇ ਜੀ। ਤੇ ਦਾਸ ਤੇ ਬੇਨਤੀ ਕਰੇ, ਇਹ ਜਿਹੜੇ ਨਿੰਦਕ ਪ੍ਰਚਾਰ ਕਰਦੇ ਫਿਰਦੇ ਗੁਰੂ ਜੀ ਨੂੰ ਪਰਿਕਰਮਾ ਕਰਨ ਦੀ ਲੋੜ ਨਹੀਂ ਹੈਗੀ ਜੀ। ਗੁਰੂ ਜੀ ਦੇ ਆਲੇ ਦੁਆਲੇ ਤੁਹਾਡੇ ਨਾਲੋਂ ਤਾਂ ਗੁਰੂ ਸਾਹਿਬ ਦੀ ਘੋੜੀ ਚੰਗੀ ਹੈਗੀ ਹੈ ਜੀ। ਬੇਜ਼ੁਬਾਨ ਹੈ ਪਰ ਸੋਝੀ ਕਿੰਨੀ ਹੈ ਜੀ। ਘੋੜੀ ਨੇ ਉਸ ਕੋਠਾ ਸਾਹਿਬ ਦੀ ਪਰਿਕਰਮਾ ਕੀਤੀ ਜੀ, ਬੰਦ ਹੈ ਆਲੇ ਦੁਆਲਿਓਂ। ਹਾਂਜੀ। ਤਹਾਂ ਪਹੁੰਚ ਕਰ ਸੀਸ ਝੁਕਾਵਾ। ਤੇ ਫਿਰ ਪਤਾ ਕੀ ਕੀਤਾ ਜੀ, ਉਹਦੇ ਦਰਵਾਜ਼ੇ ਦੇ ਅੱਗੇ ਜਾ ਕੇ ਘੋੜੀ ਨੇ ਮੱਥਾ ਟੇਕ ਦਿੱਤਾ ਜੀ। ਲੋ ਆਪਾਂ ਵੀ ਸੁਰਤ ਕਰਕੇ ਉਸ ਦਰਵਾਜ਼ੇ ਦੇ ਅੱਗੇ ਮੱਥਾ ਟੇਕ ਦਈਏ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਹਾਂਜੀ। ਪੁੰਨ ਉੱਚੇ ਪੁਨ ਊਚੇ ਹਿਹ ਨਾਟ ਸੁਨਾਵਾ। ਤੇ ਫਿਰ ਮੱਥਾ ਟੇਕ ਕੇ ਤੇ ਘੋੜੀ ਸਾਹਮਣੇ ਖਲੋ ਗਈ ਤੇ ਉੱਚੀ ਉੱਚੀ ਹਿਣਕਣ ਲੱਗ ਪਈ ਜੀ। ਮਾਨੋ ਕਹਿ ਰਹੀ ਹੋਵੇ ਕਿ ਸੰਗਤ ਜੀ, ਮੇਰੇ ਸੱਚੇ ਪਾਤਸ਼ਾਹ, ਮੇਰੇ ਮਾਲਕ, ਮੇਰੇ ਸਤਿਗੁਰੂ ਇਹਦੇ ਅੰਦਰ ਬੈਠੇ ਹੋਏ ਆ ਜੀ। ਬੋਲ ਨਹੀਂ ਸਕਦੀ ਪਰ ਹਾਵ ਭਾਵ ਵਿੱਚ ਉਹ ਦੱਸ ਰਹੀ ਹੈ ਜੀ। ਹਾਂਜੀ। ਸੰਗਤ ਦੇਖ ਦੇਖ ਬਿਸਮਾਵੈ। ਉਹ ਸੰਗਤ ਬੜੀ ਵੇਖ ਵੇਖ ਕੇ ਹੈਰਾਨ ਹੋਵੇ ਵੀ ਇਹ ਘੋੜੀ ਕੀ ਕਰ ਰਹੀ ਹੈ। ਹਾਂਜੀ। ਇਹਾਂ ਨਾ ਸਤਿਗੁਰ ਕਹੂੰ ਦਿਸਾਵੈ। ਪ੍ਰੇਮੀ ਗੱਲਾਂ ਕਰਦੇ ਵੀ ਗੁਰੂ ਸਾਹਿਬ ਤੇ ਇੱਥੇ ਦਿਸ ਨਹੀਂ ਰਹੇ ਸਾਨੂੰ, ਤੇ ਘੋੜੀ ਆ ਕੇ ਇੱਥੇ ਖਲੋ ਗਈ ਹੈ, ਅੱਗੇ ਨਹੀਂ ਵੱਧ ਰਹੀ। ਹਾਂਜੀ। ਬੜਵਾ ਨਹਿ ਅਬ ਆਗੇ ਜਾਵਤ। ਹਾਂਜੀ। ਜਨ ਲక్ష్ਮੀ ਇਤ ਬਿਸ਼ਨ ਬਤਾਵਤ। ਇਹ ਘੋੜੀ ਤੇ ਇਸ ਤਰ੍ਹਾਂ ਨਹੀਂ ਜਾ ਰਹੀ ਜਿਵੇਂ ਲక్ష్ਮੀ ਦੇਵੀ ਦੱਸਦੀ ਹੋਵੇ ਵੀ ਵਿਸ਼ਨੂੰ ਇੱਥੇ ਬੈਠੇ ਹੋਏ ਨੇ ਜੀ। ਇਹ ਤੇ ਇਸ ਤਰ੍ਹਾਂ ਨਹੀਂ ਹਿਲ ਰਹੀ ਜੀ। ਹਾਂਜੀ। ਰਾਜ ਸ਼੍ਰੀ ਪੁਰਹੂਤ ਖੋਜੰਤੀ। ਅਬ ਇਸ ਥਲ ਕੋ ਨਹੀਂ ਤਜੰਤੀ। ਤੇ ਇਹ ਹੁਣ ਇਸ ਥਾਂ ਨੂੰ ਤਜਣ ਹੀ ਨਹੀਂ ਦਈ ਜੀ। ਜਿਵੇਂ ਲక్ష్ਮੀ ਪਰਮੇਸ਼ਰ ਦੇ ਚਰਨ ਛੱਡ ਕੇ ਨਹੀਂ ਜਾਂਦੀ ਜੀ, ਉਵੇਂ ਇਹ ਵੀ ਨਹੀਂ ਜਾ ਰਹੀ ਹੁਣ। ਹਾਂਜੀ। ਵੇਖ ਬੁੱਢੇ ਸਭ ਕੋ ਸਮਝਾਇਓ। ਹੁਣ ਸੰਗਤ ਬਾਬਾ ਬੁੱਢਾ ਜੀ ਨੂੰ ਪੁੱਛਦੀ, ਬਾਬਾ ਜੀ ਤੁਸੀਂ ਦੱਸੋ। ਤੇ ਬਾਬਾ ਜੀ ਨੇ ਘੋੜੀ ਵੱਲ ਦੇਖਿਆ ਤੇ ਧੰਨ ਬਾਬਾ ਬੁੱਢਾ ਸਾਹਿਬ ਸਾਰਿਆਂ ਨੂੰ ਸਮਝਾਉਣ ਲੱਗੇ ਜੀ। ਹਾਂਜੀ। ਇਹ ਕੋਠਾ ਕਿਸ ਕੋ ਬਣਵਾਇਓ। ਕਹਿੰਦੇ ਇਹ ਕੋਠਾ ਕਿਸ ਲਈ ਬਣਵਾਇਆ ਹੋਇਆ ਭਲਾ। ਹਾਂਜੀ। ਦਰ ਦੇਖੋ ਨਹਿ ਪਈ ਹੈ ਯਾਹੀ। ਬੜਵਾ ਰਹੀ ਸਥਿਰ ਹੋਏ ਪਾਹੀ। ਤੇ ਦਰਵਾਜ਼ਾ ਕੋਈ ਦਿਸਦਾ ਨਹੀਂ ਹੈ, ਉਹ ਚਿਣਵਾ ਦਿੱਤਾ ਸੀ ਚੰਗੀ ਤਰ੍ਹਾਂ ਜੀ ਅੱਗੋਂ, ਪਰ ਘੋੜੀ ਇੱਥੇ ਖਲੋਤੀ, ਘੋੜੀ ਅੱਗੇ ਨਹੀਂ ਵੱਧ ਰਹੀ। ਜਾਨਵਰਾਂ ਨੂੰ ਵੀ ਬੜੀ ਸੋਝੀ ਹੁੰਦੀ ਹੈ, ਖਾਸ ਕਰਕੇ ਆਪਣੇ ਮਾਲਕ ਦੀ। ਤੁਸੀਂ ਪਾਲਤੂ ਜਾਨਵਰ ਰੱਖ ਕੇ ਵੇਖੋ, ਉਹ ਮਾਲਕ ਆਪਣੇ ਤੋਂ ਮਾੜਾ ਜਿਹਾ ਵੀ ਪਰਾਂ ਨਹੀਂ ਹੋ ਕੇ ਰਾਜੀ ਜੀ। ਹਾਂਜੀ। ਪ੍ਰਥਮ ਪਰਕਰਮਾ ਇਸ ਕੀ ਕਰੀ। ਬਾਬਾ ਜੀ ਕਹਿਣ ਲੱਗੇ, ਵੇਖੋ ਸੰਗਤ ਜੀ, ਪਹਿਲਾਂ ਇਸ ਘੋੜੀ ਨੇ ਇਸ ਕੋਠੇ ਦੀ ਪਰਿਕਰਮਾ ਕੀਤੀ ਹੈ। ਹਾਂਜੀ। ਦੂਰ ਦੂਰ ਚੌਹ ਦਿਸ਼ ਮਹਿ ਫਿਰੀ। ਫਿਰ ਆਲੇ ਦੁਆਲੇ ਪਰਿਕਰਮਾ ਕਰਕੇ ਸੀਸ ਝੁਕਾਏ ਬੰਦਨਾ ਠਾਨੀ। ਫਿਰ ਮੱਥਾ ਟੇਕਿਆ ਜੀ ਇਸ ਕੋਠੇ ਨੂੰ।
ਹਾਂਜੀ। ਥਿਰ ਅਬ ਰਹੀ ਗੁਰੂ ਇਸ ਥਾਨੀ। ਤੇ ਇਹ ਸਾਨੂੰ ਦੱਸ ਰਹੀ ਹੈ ਵੀ ਗੁਰੂ ਸਾਹਿਬ ਇੱਥੇ ਹਨ। ਗੱਜ ਕੇ ਆਖੋ ਵਾਹਿਗੁਰੂ। ਬਾਬਾ ਜੀ ਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਜੀ। ਬਾਬਾ ਜੀ ਨੇ ਵੇਖ ਲਿਆ ਸੀ, ਅੱਖਾਂ ਬੰਦ ਕਰਕੇ ਦਰਸ਼ਨ ਕਰ ਲਏ ਸਨ। ਹਾਂਜੀ। ਤਬ ਕੋਸ਼ਟ ਕੇ ਚਹੁੰ ਦਿਸ਼ ਫਿਰਿਓ। ਹਾਂਜੀ। ਦਰ ਕੋ ਥਿਰਿਓ ਨਿਹਾਰਨ ਕਰਿਓ। ਤੇ ਬਾਬਾ ਬੁੱਢਾ ਜੀ ਨਾ ਫਿਰ ਆਲੇ ਦੁਆਲੇ ਆਪ ਵੀ ਪਰਿਕਰਮਾ ਕਰਦੇ ਜੀ। ਕੋਠਾ ਸਾਹਿਬ ਦੀ ਹੱਥ 'ਚ ਖੂੰਡਾ ਫੜਿਆ ਤੇ ਬਾਬਾ ਜੀ ਪਰਿਕਰਮਾ ਕਰ ਰਹੇ ਜੀ। ਹਾਂਜੀ। ਅੱਖਰ ਲਿਖੈ ਦੇਖ ਕਰ ਕਹਿਓ। ਸਭ ਆਵਹੋ ਇੱਕ ਪਤਾ ਸੋ ਲਹਿਓ। ਤੇ ਵਾਰ-ਵਾਰ ਜਦੋਂ ਬਾਬਾ ਜੀ ਨੇ ਦੇਖਿਆ ਕੁਝ ਲਿਖਿਆ ਹੋਇਆ ਜੀ, ਤਾਂ ਉਹ ਹੈਂਡ ਰਾਈਟਿੰਗ ਕਿਹਦੀ ਹੈ, ਉਹ ਲਿਖਾਈ ਕਿਹਦੀ ਹੈ? ਉਹ ਸਤਿਗੁਰਾਂ ਦੀ ਹੈ ਜੀ, ਆਪਣੇ ਹੱਥਾਂ ਦੀ ਹੈ। ਤੇ ਬਾਬਾ ਜੀ ਕਹਿਣ ਲੱਗੇ ਵੀ ਆਹ ਵੇਖੋ ਹਾਂ ਕੀ ਲਿਖਿਆ ਇੱਥੇ। ਹਾਂਜੀ। ਗੁਰੂ ਹੱਥ ਕੀ ਲਿਖਿਅਤ ਦਿਖੀ ਜੈ ਹੈ। ਤੇ ਬਾਬਾ ਜੀ ਪਤਾ ਕੀ ਕਹਿਣ ਲੱਗੇ? ਗੁਰੂ ਹਾਥ ਕੀ ਲਿਖਤ ਦਖੀਜੈ ਹੈ। ਇਉਂ ਲੱਗਦਾ ਜਿਵੇਂ ਸਤਿਗੁਰੂ ਜੀ ਨੇ ਲਿਖਿਆ ਹੋਵੇ ਜੀ। ਇਹ ਤੇ ਮਹਾਰਾਜ ਦੀ ਲਿਖਾਈ ਲੱਗਦੀ ਹੈ। ਹਾਂਜੀ। ਮੈਂ ਅਬ ਪਠਹੁ ਸਰਬ ਸੁਨੀਜੈ ਹੈ। ਬਾਬਾ ਜੀ ਕਹਿੰਦੇ ਮੈਂ ਪੜ੍ਹਦਾ ਤੇ ਹੁਣ ਤੁਸੀਂ ਸਾਰੇ ਸੁਣੋ ਸਤਿਗੁਰੂ ਜੀ ਨੇ ਕੀ ਲਿਖਿਆ। ਹਾਂਜੀ। ਗਏ ਧਾਏ ਤਿਸ ਦੇਖਿਓ ਜਾਏ। ਉਹ ਸਾਰੀ ਸੰਗਤ ਬਾਬਾ ਜੀ ਵੱਲ ਹੋ ਗਈ ਜੀ। ਸਾਰੇ ਸੁਣਨ ਵਾਸਤੇ ਤਿਆਰ ਹੋ ਗਏ ਜੀ। ਹਾਂਜੀ। ਪਾਠ ਅੱਖਰ ਸੋ ਬ੍ਰਿਧ ਸੁਨਾਏ। ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਸਾਰੀ ਸੰਗਤ ਵਿੱਚ ਆਪ ਬੋਲ ਕੇ ਦੱਸ ਰਹੇ ਆ। ਹਾਂਜੀ। ਆਏ ਇਹਾਂ ਦਰ ਪਾਰ ਹੈ ਜੋ। ਹਾਂਜੀ। ਹਮ ਨਹਿ ਗੁਰੂ ਸਿੱਖ ਨਹਿ ਸੋ। ਜਿਹੜਾ ਇਹ ਦਰਵਾਜ਼ਾ ਖੋਲੇਗਾ, ਦਰਵਾਜ਼ੇ ਰਾਹੀਂ ਅੰਦਰ ਆਏਗਾ, ਉਹ ਸਾਡਾ ਸਿੱਖ ਨਹੀਂ ਤੇ ਅਸੀਂ ਉਹਦੇ ਗੁਰੂ ਨਹੀਂ। ਇਹ ਗੱਲ ਬਾਬਾ ਜੀ ਨੇ ਪੜ੍ਹ ਕੇ ਸੁਣਾਈ ਜੀ। ਹਾਂਜੀ। ਹਲਤ ਪਲਤ ਮਹਿ ਨਹੀਂ ਸਹਾਈ। ਅਸੀਂ ਲੋਕ ਪਰਲੋਕ ਵਿੱਚ ਉਹਦੇ ਸਹਾਈ ਨਹੀਂ ਹੋਣਾ ਜੀ। ਹਾਂਜੀ। ਜੋ ਆਇਸ ਕੋ ਦੇਹ ਮਿਟਾਈ। ਜਿਹੜਾ ਸਾਡਾ ਇਹ ਹੁਕਮ, ਸਾਡੀ ਇਹ ਆਗਿਆ ਮੋੜ ਦੇਗਾ। ਭਾਵ ਸਿੱਧਾ ਲਿਖਿਆ ਸੀ ਵੀ ਦਰਵਾਜ਼ਾ ਨਹੀਂ ਖੋਲਣਾ ਕਿਸੇ ਨੇ। ਹਾਂਜੀ। ਸੁਨ ਸੰਗਤ ਸਗਰੀ ਬਿਸਮਾਨੀ। ਸੰਗਤ ਸਾਰੀ ਹੈਰਾਨ ਹੋ ਗਈ ਸੁਣ ਕੇ ਵੀ ਕੋਠੇ ਦਾ ਇੱਕ ਦਰਵਾਜ਼ਾ, ਉਹ ਵੀ ਚੰਗੀ ਤਰ੍ਹਾਂ ਚਿਣਿਆ, ਉਹਦੇ ਉੱਤੇ ਵੀ ਇਹ ਗੱਲ ਲਿਖ ਦਿੱਤੀ ਮਹਾਰਾਜ ਨੇ। ਹਾਂਜੀ। ਕਿਮਹੁ ਕਹੀ ਜਾਏ ਨਹਿ ਬਾਨੀ। ਹੁਣ ਉਹ ਸੋਚਣ ਦੇ ਵੀ ਕਿਵੇਂ ਗੱਲ ਬਣੇਗੀ। ਚੁੱਪ ਹੋ ਗਏ ਸਾਰੇ ਜੀ। ਹਾਂਜੀ। ਆਨ ਗੁਰੂ ਕੀ ਉਲੰਘ ਨਾ ਸਕਈ। ਗੁਰੂ ਸਾਹਿਬ ਜੀ ਦਾ ਬਚਨ ਮੇਟ ਕੇ ਅਸੀਂ ਅੱਗੇ ਵੀ ਨਹੀਂ ਲੰਘ ਸਕਦੇ। ਹਾਂਜੀ। ਖਰੇ ਪਰਸ ਪਰ ਮੁਖ ਕੋ ਤਕਈ। ਤੇ ਸੰਗਤ ਸਾਰੇ ਨਾ ਖਲੋਤੇ ਆ, ਇੱਕ ਦੂਜੇ ਦੇ ਮੁਖ ਵੱਲ ਵੇਖਦੇ ਆ। ਗੱਜ ਕੇ ਆਖੋ ਵਾਹਿਗੁਰੂ। ਹੁਣ ਪਤਾ ਤੇ ਲੱਗ ਗਿਆ ਵੀ ਸਤਿਗੁਰੂ ਇਹਦੇ ਅੰਦਰ ਨੇ, ਪਰ ਅੰਦਰ ਨਹੀਂ ਜਾ ਸਕਦੇ, ਦਰਸ਼ਨ ਨਹੀਂ ਹੋ ਸਕਦੇ। ਹਾਂਜੀ। ਜਾਨੀ ਜਾਏ ਜੁਗਤ ਨਹਿ ਕੋਈ। ਤੇ ਜੁਗਤ ਵੀ ਨਹੀਂ ਸਮਝ ਆ ਰਹੀ ਵੀ ਕੀ ਤਰੀਕਾ ਅਪਣਾਈਏ ਜਿਸ ਤੇ ਦਰਸ ਗੁਰੂ ਕਹੋ ਹੋਈ। ਜਿਹਦੇ ਨਾਲ ਅਸੀਂ ਸਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਸਕੀਏ। ਹਾਂਜੀ। ਚਿੰਤ ਮਾਨ ਹੈ ਕਰ ਤਬ ਸਾਰੇ। ਗੱਜ ਕੇ ਆਖੋ ਵਾਹਿਗੁਰੂ। ਅੱਗੇ ਤੇ ਇਹ ਚਿੰਤਾ ਸੀ ਵੀ ਮਹਾਰਾਜ ਲੱਭਦੇ ਨਹੀਂ ਜੀ। ਹੁਣ ਸਤਿਗੁਰੂ ਤੇ ਲੱਭ ਗਏ ਪਰ ਦਰਸ਼ਨ ਨਹੀਂ ਹੋ ਰਹੇ, ਅੰਦਰ ਨਹੀਂ ਜਾ ਸਕਦੇ। ਹੋਰ ਚਿੰਤਾ ਲੱਗ ਗਈ। ਹਾਂਜੀ। ਸਰਨ ਬ੍ਰਿਧ ਕੀ ਬਾਕ ਉਚਾਰੇ। ਫਿਰ ਪੜੋ। ਸਰਨ ਬ੍ਰਿਧ ਕੀ ਬਾਕ ਉਚਾਰੇ। ਤੇ ਸ਼ਰਨ ਬ੍ਰਿਧ ਕੀ ਬਾਕ ਉਚਾਰੇ। ਫਿਰ ਸਾਰੇ ਆਪਸ ਵਿੱਚ ਕਹਿਣ ਲੱਗੇ ਵੀ ਹੁਣ ਫਿਰ ਬਾਬਾ ਜੀ ਨੂੰ ਹੀ ਬੇਨਤੀ ਕਰੀਏ। ਜੇ ਬਾਬਾ ਜੀ ਸਾਨੂੰ ਇੱਥੋਂ ਤੱਕ ਲੈ ਆਏ ਤੇ ਮਹਾਰਾਜ ਦੇ ਦਰਸ਼ਨ ਵੀ ਕਰਾ ਦੇਣਗੇ। ਹਾਂਜੀ। ਇਹ ਕੌਤਕ ਸਭ ਆਪ ਦਿਖਾਏ। ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਨਾ ਸੰਗਤ ਕਹਿਣ ਲੱਗੀ ਬਾਬਾ ਜੀ ਇਹ ਕੌਤਕ ਵਿਖਾਇਆ ਤੇ ਤੁਸਾਂ ਹੀ ਹੈ ਸਾਨੂੰ। ਹਾਂਜੀ। ਤੁਮ ਬਿਨ ਕਿਸ ਤੇ ਹੋਵੇ ਨਾ ਉਪਾਏ। ਤੁਹਾਡੇ ਤੋਂ ਬਗੈਰ ਹੁਣ ਦੂਜਾ ਕੌਣ ਸਾਨੂੰ ਇੱਥੇ ਅੰਦਰ ਲੈ ਕੇ ਜਾਏਗਾ।
ਹਾਂਜੀ। ਸਭ ਸੰਗਤ ਪਰ ਕਰੁਣਾ ਕਰੀਏ। ਤੇ ਬਾਬਾ ਜੀ ਹੁਣ ਸਾਰੀ ਸੰਗਤ ਤੇ ਮਿਹਰ ਕਰੋ, ਕਿਰਪਾ ਕਰੋ। ਸੰਗਤ ਸਾਰੀ ਬੇਨਤੀ ਕਰ ਰਹੀ ਹੈ। ਆਪ ਯਤਨ ਕਰ ਗੁਰੂ ਦਿਖਰੀਏ। ਇੱਥੋਂ ਤੱਕ ਤੇ ਬਾਬਾ ਜੀ ਲੈ ਆਂਦਾ, ਹੁਣ ਮਹਾਰਾਜ ਦੇ ਦਰਸ਼ਨ ਵੀ ਕਰਾ ਦਿਓ। ਗੁਰੂ ਦੇ ਪਿਆਰਿਆਂ ਦੇ ਹੱਥ 'ਚ ਬਹੁਤ ਕੁਝ ਹੁੰਦਾ ਜੇ। ਹਾਂਜੀ। ਸੁਨ ਵਿਚਾਰ ਬੁੱਢੇ ਤਬ ਕੀਨਸ। ਇਹ ਸੁਣ ਕੇ ਧੰਨ ਧੰਨ ਬਾਬਾ ਬੁੱਢਾ ਜੀ ਨੇ ਫਿਰ ਵਿਚਾਰ ਬਣਾਈ ਜੀ। ਹਾਂਜੀ। ਸਿੱਖਿਆਨ ਪਰ ਕਰੁਣਾ ਰਸ ਪੀਨਸ। ਵੇ ਹੁਣ ਇਹਨਾਂ ਸਿੱਖਾਂ ਨੂੰ ਮਹਾਰਾਜ ਦੇ ਦਰਸ਼ਨ ਕਿਵੇਂ ਕਰਾਈਏ। ਹਾਂਜੀ। ਚਿਤਵਿਓ ਗੁਰੂ ਕੇ ਬਚਨ ਉਚਾਰਾ। ਚਿਤਵਿਓ ਗੁਰ ਨੇ ਬਚਨ ਉਚਾਰਾ, ਵੀ ਗੁਰੂ ਸਾਹਿਬ ਨੇ ਬਚਨ ਕੀਤਾ। ਹਾਂਜੀ। ਹੋਏ ਦੋਸ਼ ਜੇ ਖੋਲਹਿ ਦੁਆਰਾ। ਜੇ ਦਰਵਾਜ਼ਾ ਖੋਲ ਦਈਏ ਤੇ ਫਿਰ ਦੋਸ਼ ਲੱਗੇਗਾ ਸਾਨੂੰ। ਗੱਜ ਕੇ ਆਖੋ ਵਾਹਿਗੁਰੂ। ਸਾਨੂੰ ਦੋਸ਼ ਲੱਗੇਗਾ। ਹਾਂਜੀ। ਅਪਰ ਥਾਨ ਕੋ ਪਾਰਨ ਕਰੋ। ਗੱਜ ਕੇ ਆਖੋ ਵਾਹਿਗੁਰੂ। ਫਿਰ ਬਾਬਾ ਜੀ ਨੇ ਵਿਚਾਰ ਬਣਾਈ ਜੀ। ਬਾਬਾ ਜੀ ਨੇ ਪਤਾ ਕੀ ਵਿਚਾਰ ਬਣਾਈ? ਬਾਬਾ ਜੀ ਨੇ ਵਿਚਾਰ ਬਣਾਈ ਵੀ ਗੁਰੂ ਸਾਹਿਬ ਨੇ ਲਿਖਿਆ ਜਿਹੜਾ ਦਰਵਾਜ਼ੇ ਰਾਹੀਂ ਅੰਦਰ ਆਏਗਾ ਉਹ ਸਾਡਾ ਸਿੱਖ ਨਹੀਂ, ਅਸੀਂ ਉਹਦੇ ਗੁਰੂ ਨਹੀਂ, ਉਹਦੀ ਸਹਾਇਤਾ ਨਹੀਂ ਕਰਾਂਗੇ। ਤੇ ਬਚਨ ਤੇ ਸਤਿਗੁਰੂ ਜੀ ਨੇ ਦਰਵਾਜ਼ੇ ਦਾ ਹੀ ਕੀਤਾ ਨਾ, ਬਾਕੀ ਤੇ ਧਿਆਨ ਧਰ ਬੰਧਨ ਕੀਨਸ। ਤੇ ਫਿਰ ਕੀ ਸੀਗਾ ਜੀ? ਬਾਬਾ ਬੁੱਢਾ ਜੀ ਨੇ ਆਪਣੇ ਹਿਰਦੇ 'ਚ ਧਿਆਨ ਧਰ ਕੇ ਨਾ ਗੁਰੂ ਅਮਰਦਾਸ ਜੀ ਦਾ ਤੇ ਸਤਿਗੁਰੂ ਜੀ ਨੂੰ ਮੱਥਾ ਟੇਕਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਸਾਧ ਸੰਗਤ ਜੀ ਮਹਾਰਾਜ ਦਾ ਧਿਆਨ ਧਾਰਨਾ ਸਿੱਖੋ। ਹਿਰਦੇ 'ਚ ਇੱਥੇ ਕਲਗੀਧਰ ਜੀ ਦਾ ਧਿਆਨ ਧਾਰ ਕੇ ਇੱਥੋਂ ਹੀ ਮੱਥਾ ਟੇਕ ਲਿਆ ਕਰੋ। ਧਿਆਨ ਦੀ ਸ਼ਕਤੀ ਮਹਾਰਾਜ ਨੇ ਸਿੱਖਾਂ ਨੂੰ ਦਿੱਤੀ ਹੈ। ਬਾਬਾ ਜੀ ਨੇ ਹਿਰਦੇ 'ਚ ਧਿਆਨ ਧਾਰ ਕੇ ਮਹਾਰਾਜ ਨੂੰ ਮੱਥਾ ਟੇਕਿਆ। ਦਿਸ਼ ਚੀਨ। ਫਿਰ ਕੀ ਸੀ? ਬਾਬਾ ਜੀ ਮੱਥਾ ਟੇਕ ਕੇ ਤੇ ਉਹ ਕੋਠੇ ਦੇ ਮਗਰ ਵਾਲੇ ਪਾਸੇ ਗਏ ਜੀ। ਹਾਂ ਜਾ ਖੇਰੀ। ਤੇ ਉੱਥੇ ਜਾ ਕੇ ਬਾਬਾ ਜੀ ਨੇ ਕੀ ਕੀਤਾ? ਹੁਣ ਬਾਬਾ ਜੀ ਸਾਧ ਸੰਗਤ ਜੀ ਕਿਸਾਨ ਨੇ, ਜੱਟ ਹਨ, ਕੰਮ ਕਾਰ ਕਰਦੇ ਆ, ਇਹਨੂੰ ਜਾਤ ਪਾਤ ਨਾਲ ਨਾ ਜੋੜਿਓ। ਸਰੀਰ ਦੇ ਕਰਕੇ ਬੇਨਤੀ ਕਰ ਰਹੇ ਆ, ਖੁੱਲਾ ਡੁੱਲਾ ਸਰੀਰ ਹੈ। ਤੇ ਬਾਬਾ ਜੀ ਨੇ ਕੀ ਕੀਤਾ? ਬਾਬਾ ਜੀ ਨੇ ਪਿੱਛੋਂ ਇੱਟਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ ਜੀ। ਹਾਂਜੀ। ਤੀਸ਼ਨ ਲੋਹ ਸੰਗ ਤੇ ਸਬੇਰੀ। ਤੇ ਬੜੇ ਤਿੱਖੇ ਲੋਹੇ ਨਾਲ ਉਹ ਇੱਟ ਮਾਰ ਮਾਰ ਕੇ ਉਹ ਇੱਟ ਕੱਢੀ ਦੀ ਉੱਥੋਂ ਦੀ। ਹਾਂਜੀ। ਗਰੀ ਕਰੀ ਤਹਿ ਪਰਵਿਸ਼ਨ ਜੇਤੀ। ਹੌਲੀ ਹੌਲੀ ਹੋਰ ਇੱਟਾਂ 5-7 ਕੱਢੀਆਂ। ਗੱਜ ਕੇ ਆਖੋ ਵਾਹ। ਮੈਨੂੰ ਮਾਫ ਕਰ। ਚੋਰੀ ਕਰਨ ਵਾਸਤੇ ਕੰਧਾਂ 'ਚ ਸੰਨ ਲਾ ਦਿੰਦੇ, ਪਰ ਇਸ ਕੰਮ ਲਈ ਤੇ ਸੰਨ ਵੀ ਬੜੀ ਵੱਡੀ ਗੱਲ ਹੈ। ਹਾਂਜੀ। ਸੰਗਤ ਦੇਖਤ ਅਚਰਜ ਸੇਤੀ। ਉਹ ਸੰਗਤ ਬੜੀ ਹੈਰਾਨ ਹੋਈ ਵੀ ਬਾਬਾ ਜੀ ਨੇ ਇਹ ਕੀ ਕੀਤਾ ਜੀ। ਹਾਂਜੀ। ਪਸ਼ਚਮ ਦਿਸ਼ਾ ਦੁਆਰਾ। ਤੇ ਪਸ਼ਚਮ ਵਾਲੇ ਦਾ ਮੇਨ ਦਰਵਾਜ਼ਾ। ਹਾਂਜੀ। ਪੂਰਬ ਦਿਸ਼ਾ ਪਾਰ ਕੋ। ਵਾਹਿਗੁਰੂ। ਤੇ ਬਾਬਾ ਜੀ ਬੜਾ ਹੌਸਲਾ ਰੱਖ ਕੇ ਜੀ, ਕਿਉਂ? ਮਹਾਰਾਜ ਦਾ ਬਚਨ ਸੀ ਅੰਦਰ ਦਾ। ਬੜਾ ਡਰਦਿਆਂ ਹੌਸਲਾ ਧਾਰ ਕੇ ਨਾ ਜੀ ਉਹ ਜਿਹੜੀ ਛੋਟੀ ਜੀ ਥਾਂ ਬਣਾਈ ਹੈ, ਧੰਨ ਬਾਬਾ ਬੁੱਢਾ ਜੀ ਉਹਦੇ ਅੰਦਰ ਚਲੇ ਗਏ। ਵਿਖੇ ਗੁਰੂ ਤਬ ਮਨ ਹੋ ਮਹੇਸ਼ਾ। ਤੇ ਅੰਦਰ ਜਾ ਕੇ ਸੱਚੇ ਪਾਤਸ਼ਾਹ ਜੀ ਦੇ ਲੱਕ ਦੇ ਦਰਸ਼ਨ ਹੋਏ ਜੀ ਉਹਨਾਂ ਨੂੰ। ਪਿਛਲਾ ਪਾਸਾ ਸੀ ਨਾ, ਤੇ ਮਹਾਰਾਜ ਹਿੱਲ ਨਹੀਂ ਰਹੇ ਜੀ, ਐ ਸਮਾਧੀ ਲੱਗੀ ਹੈ। ਹਾਂਜੀ। ਆਸਨ ਲਾਏ ਸਮਾਧ ਅਗਾਧਾ। ਹਾਂਜੀ। ਬ੍ਰਹਮ ਰੂਪ ਇੱਕ ਅਚਲ ਆਬਾਦਾ। ਐ ਨਿਰਵਿਘਨ ਨਿਰਵਿਕਲਪ ਸੱਚੇ ਪਾਤਸ਼ਾਹ ਗਰੀਬ ਨਵਾਜ ਸਮਾਧੀ ਦੇ ਵਿੱਚ ਬੈਠੇ ਆ।
ਹਾਂਜੀ। ਅੰਗ ਅਡੋਲ ਟਿਕੇ ਜਗ ਸੁਆਮੀ। ਬਾਬਾ ਜੀ ਕੀ ਵੇਖ ਰਹੇ ਆ? ਸੱਚੇ ਪਾਤਸ਼ਾਹ ਜੀ ਦੇ ਸਰੀਰ ਦਾ ਇੱਕ ਵੀ ਅੰਗ ਨਹੀਂ ਹਿਲ ਰਿਹਾ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਕੋਟ ਬਰਖ ਜਿਮ ਸ਼ਿਵ ਨਿਸ਼ਕਾਮੀ। ਜਿਵੇਂ ਸ਼ਿਵ ਜੀ ਕਰੋੜਾਂ ਸਾਲ ਸਮਾਧੀ ਲਾ ਕੇ ਰੱਖਦੇ ਆ, ਬਸ ਇੰਜ ਸਮਾਧੀ ਲਾਈ ਮਹਾਰਾਜ ਨੇ। ਹਾਂਜੀ। ਪਦ ਅਰਬਿੰਦ ਬੰਦਨਾ ਧਾਰੀ। ਤੇ ਸਾਧ ਸੰਗਤ ਫਿਰ ਬਾਬਾ ਜੀ ਅੱਗੇ ਹੋਏ ਜੀ, ਸਾਹਮਣੇ ਉਹ ਦਰਸ਼ਨ ਕੀਤੇ, ਨੇਤਰ ਬੰਦ, ਚਿਹਰਾ ਲਾਲ ਰੰਗ, ਚਿਹਰੇ ਦਾ ਲਾਲ ਰੰਗ ਹੋਇਆ ਪਿਆ ਤੇ ਦਾੜਾ ਚਿੱਟਾ ਜੀ। ਬਾਬਾ ਜੀ ਨੇ ਦਰਸ਼ਨ ਕਰਕੇ ਨਾ ਸਤਿਗੁਰਾਂ ਦੇ, ਤੇ ਸਾਧ ਸੰਗਤ ਜੀ ਫਿਰ ਕੀ ਸੀ? ਪਦ ਅਰਬਿੰਦ ਬੰਦਨਾ ਧਾਰੀ। ਬਾਬਾ ਜੀ ਨੇ ਪਹਿਲਾਂ ਮਹਾਰਾਜ ਨੂੰ ਮੱਥਾ ਟੇਕਿਆ ਜੀ। ਤੁਸੀਂ ਵੀ ਬਾਬਾ ਜੀ ਦੇ ਨਾਲ ਟੇਕੋ, ਆਖੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਹਾਂਜੀ। ਕਰ ਸਪਰਸ਼ ਕਰ ਥਿਰਿਓ ਅਗਾਰੀ। ਤੇ ਮਹਾਰਾਜ ਦੇ ਚਰਨਾਂ ਨੂੰ ਛੋਇਆ ਜੀ ਬਾਬਾ ਜੀ ਨੇ, ਛੂ ਤੇ ਸਾਹਮਣੇ ਖਲੋ ਗਏ। ਹਾਂਜੀ। ਸ਼ੁਭ ਤਨ ਹਾਥ ਸਮਾ। ਗੁਰੂ ਅਮਰਦਾਸ ਸਾਹਿਬ ਖੋਲ ਲਏ ਜੀ। ਹਾਂਜੀ। ਦੇਖ ਬਰਿੱਧ ਕੋ ਬਾਕ ਉਚਾਰਾ। ਤੇ ਜਦੋਂ ਇੱਕਦਮ ਨੇਤਰ ਖੋਲੇ ਤੇ ਸਾਹਮਣੇ ਕੌਣ ਖਲੋਤਾ? ਬਾਬਾ ਜੀ, ਬਾਬਾ ਬੁੱਢਾ ਸਾਹਿਬ ਜੀ। ਤੇ ਮਹਾਰਾਜ ਬਾਬਾ ਬੁੱਢਾ ਜੀ ਨੂੰ ਦੇਖ ਕੇ ਬਚਨ ਕੀਤਾ, ਕਿਮ ਤੈਂ ਟਾਰਿਓ ਹੁਕਮ ਹਮਾਰਾ। ਮਹਾਰਾਜ ਕਹਿਣ ਲੱਗੇ, ਬਾਬਾ ਜੀ ਤੁਸੀਂ ਵੀ ਸਾਡਾ ਹੁਕਮ ਟਾਲ ਦਿੱਤਾ। ਹਾਂਜੀ। ਸ਼੍ਰੀ ਗੁਰ ਹਮ ਨਹਿ ਆਯਸ ਟਾਰੀ। ਬਾਬਾ ਜੀ ਉਸੇ ਵੇਲੇ ਜਿਵੇਂ ਬੰਦਾ ਭੈਭੀਤ ਹੋ ਜਾਂਦਾ, ਹੱਥ ਜੋੜ ਕੇ ਕਹਿਣ ਲੱਗੇ, ਨਹੀਂ ਸਤਿਗੁਰੂ, ਮੈਂ ਗਰੀਬ ਆਦਮੀ ਕਿੱਥੋਂ ਆਪ ਜੀ ਦਾ ਹੁਕਮ ਮੋੜ ਸਕਦਾ ਹਾਂ। ਹਾਂਜੀ। ਤਾਜਦਾਰ ਫੋਰਿਓ ਦੁਆਰ ਪਛਾਰੀ। ਮਹਾਰਾਜ ਆਪ ਜੀ ਦਾ ਬਚਨ ਸੀ, ਦਰਵਾਜ਼ੇ ਰਾਹੀਂ ਅੰਦਰ ਨਹੀਂ ਆਉਣਾ। ਮਹਾਰਾਜ ਮੈਂ ਦਰਵਾਜ਼ੇ ਰਾਹੀਂ ਨਹੀਂ ਆਇਆ। ਮਹਾਰਾਜ ਉਹ ਵੇਖੋ ਆਪ ਜੀ ਦੇ ਪਿੱਛੇ ਸੱਚੇ ਪਾਤਸ਼ਾਹ ਕੰਧ ਪਾੜ ਕੇ ਆਇਆ ਹਾਂ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਸਭ ਸਿੱਖਿਆਨ ਮਨ ਵਿਆਕੁਲ ਹੇਰਾ। ਮਹਾਰਾਜ ਮੈਂ ਤਾਂ ਕੀਤਾ ਕਿਉਂਕਿ ਜਿਹੜੇ ਸਿੱਖ ਨੇ ਨਾ, ਉਹ ਮਹਾਰਾਜ ਆਪ ਜੀ ਦੇ ਦਰਸ਼ਨਾਂ ਤੋਂ ਬਗੈਰ ਵਿਆਕੁਲ ਹੋ ਗਏ ਹਨ। ਮਹਾਰਾਜ ਆਪ ਜੀ ਦੇ ਦਰਸ਼ਨ ਚਾਹੁੰਦੇ ਆ ਗੁਰੂ ਕੇ ਸਿੱਖ ਸਾਰੇ। ਹਾਂਜੀ। ਦੁਰੇ ਆਪ ਕਰ ਜਗਤ ਅੰਧੇਰਾ। ਸੱਚੇ ਪਾਤਸ਼ਾਹ ਆਪ ਤੇ ਇੱਥੇ ਗੁਪਤ ਹੋ ਕੇ ਬੈਠ ਗਏ, ਪਰ ਮਹਾਰਾਜ ਬਾਹਰ ਤੇ ਹਨੇਰਾ ਹੀ ਹੋਇਆ ਪਿਆ ਜੀ। ਤੁਸੀਂ ਸੁਣਿਆ ਸੀ ਨਾ ਕੱਲ, ਜਦੋਂ ਮਹਾਰਾਜ ਦੇ ਦਰਸ਼ਨ ਨਾ ਹੋਏ ਸਿੱਖਾਂ ਨੂੰ, ਤੇ ਗੁਰਸਿੱਖਾਂ ਵਾਸਤੇ ਤੇ ਇਸ ਤਰ੍ਹਾਂ ਸੀ ਜਿਵੇਂ ਸੂਰਜ ਹੀ ਡੁੱਬ ਜਾਂਦਾ ਹੈ ਜੀ। ਮਹਾਰਾਜ ਜਗਤ 'ਚ ਹਨੇਰਾ ਕਰਕੇ ਆਪ ਜੀ ਮਹਾਰਾਜ ਇੱਥੇ ਗੁਪਤ ਹੋ ਕੇ ਬੈਠ ਗਏ। ਹਾਂਜੀ। ਇਹ ਬਿਦ ਕਿਉਂ ਕਰ ਬਨਹਿ ਗੁਸਾਈ। ਹੇ ਮਹਾਰਾਜ ਗਰੀਬ ਨਵਾਜ, ਇਹ ਕਿਵੇਂ ਬਣ ਆਏਗੀ ਸੱਚੇ ਪਾਤਸ਼ਾਹ? ਬੜੀ ਨਿਮਰਤਾ 'ਚ ਬਾਬਾ ਜੀ ਕਹਿ ਰਹੇ। ਹਾਂਜੀ। ਛਪਹੁ ਆਪ ਸੰਗਤ ਦੁਖ ਪਾਈ। ਮਹਾਰਾਜ ਜਦੋਂ ਆਪ ਛਪਦੇ ਹੋ ਨਾ, ਮਹਾਰਾਜ ਆਪ ਜਦੋਂ ਗੁਪਤ ਹੁੰਦੇ ਹੋ, ਮਹਾਰਾਜ ਪਿੱਛੋਂ ਸੰਗਤ ਬੜੀ ਦੁਖੀ ਹੁੰਦੀ ਹੈ। ਸੰਗਤ ਦਾ ਤੁਹਾਡੇ ਤੋਂ ਬਗੈਰ ਹੋਰ ਹੈ ਹੀ ਕੌਣ ਹੈ? ਹਾਂਜੀ। ਸਰਬ ਪੂਰ ਚਾਹੋ ਜੇ ਚਿਤ ਮਹਿ ਕਰਹੁ ਤੂ। ਸਮਰੱਥ ਹੋ ਸੱਚੇ ਪਾਤਸ਼ਾਹ, ਆਪ ਸਰਬ ਸ਼ਕਤੀਆਂ ਦੇ ਮਾਲਕ ਹੋ, ਜੋ ਤੁਸੀਂ ਚਾਹੋ ਉਹ ਕਰ ਸਕਦੇ ਹੋ। ਬੜੀ ਨਿਮਰਤਾ ਨਾਲ ਬਾਬਾ ਜੀ ਨੇ ਆਖਿਆ ਜੀ। ਹਾਂਜੀ। ਤੀਨ ਲੋਕ ਪਰ ਹੁਕਮ ਤੁਮਾਰਾ। ਬੈਠੋ ਤੁਮ ਕਿਸ ਤੇ ਡਰ ਧਾਰਾ। ਤੇ ਫਿਰ ਬਾਬਾ ਜੀ ਨੇ ਨਾ ਥੋੜਾ ਬਚਨ ਕੀਤਾ ਮਹਾਰਾਜ ਨੂੰ, ਕਿਉਂਕਿ ਬਾਬੇ ਦਾਤੂ ਦਾ ਰਵੱਈਆ ਨਹੀਂ ਸੀ ਨਾ ਠੀਕ। ਤੇ ਬਾਬਾ ਜੀ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ, ਤੁਹਾਡਾ ਤਿੰਨਾਂ ਲੋਕਾਂ ਤੇ ਹੁਕਮ ਚੱਲਦਾ ਹੈ। ਇਸ ਧਰਤੀ 'ਚ ਲੋਕ ਪਰਲੋਕ ਹਰ ਥਾਂ ਤੇ ਤੁਹਾਡਾ ਹੁਕਮ ਚੱਲਦਾ ਸੱਚੇ ਪਾਤਸ਼ਾਹ। ਤੇ ਮਹਾਰਾਜ ਆਪ ਜੀ ਕਿਉਂ ਇਸ ਤਰ੍ਹਾਂ ਬੈਠ ਗਏ ਆ ਕੇ? ਹਾਂਜੀ। ਨਿਕਸੋ ਵਹਿਰ ਦਿਖਾਵੋ ਦਰਸ਼ਨ। ਇਹ ਗੱਲ ਕੇਵਲ ਬਾਬਾ ਬੁੱਢਾ ਸਾਹਿਬ ਕਹਿ ਸਕਦੇ, ਚ ਹੋਰ ਨਹੀਂ ਕੋਈ ਕਹਿ ਸਕਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਬਾਬਾ ਜੀ ਕਹਿਣ ਲੱਗੇ, ਮਹਾਰਾਜ
ਬਾਹਰ ਨਿਕਲੋ ਤੇ ਸੰਗਤ ਨੂੰ ਦਰਸ਼ਨ ਦਿਓ ਸੱਚੇ ਪਾਤਸ਼ਾਹ। ਹਾਂਜੀ ਕਰ ਹੈ ਸੰਗਤ ਪਾਇਨ ਪਰਸਨ। ਮਹਾਰਾਜ ਸੰਗਤ ਤੁਹਾਡੇ ਚਰਨਾਂ ਤੇ ਪੈਣਾ ਚਾਹੁੰਦੀ ਹੈ, ਸੰਗਤ ਤੁਹਾਡੇ ਦਰਸ਼ਨ ਕਰਨਾ ਚਾਹੁੰਦੀ ਹੈ। ਹਾਂਜੀ ਸ਼੍ਰੀ ਅੰਗਦ ਕੀ ਸਿਮਰ ਹੋ ਸਿੱਖਿਆ, ਨਾਮ ਜਪਾਏ ਕਰੋ ਸਿੱਖ ਰੱਖਿਆ। ਇਹ ਫਿਰ ਬੇਨਤੀ ਬਾਬਾ ਜੀ ਕਹਿ ਸਕਦੇ, ਕੋਈ ਹੋਰ ਨਹੀਂ ਕਹਿ ਸਕਦਾ। ਬਾਬਾ ਬੁੱਢਾ ਜੀ ਕਹਿਣ ਲੱਗੇ, ਮਹਾਰਾਜ ਤੁਹਾਨੂੰ ਗੁਰੂ ਅੰਗਦ ਸਾਹਿਬ ਜੀ ਨੇ ਸਿੱਖਿਆ ਦਿੱਤੀ ਹੈ, ਨਾਮ ਜਪਣਾ ਤੇ ਸੰਗਤ ਨੂੰ ਜਪਾਉਣਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ ਸੁਨਤ ਭਏ ਸ਼੍ਰੀ ਅਮਰ ਪ੍ਰਸੰਨ। ਜਦੋਂ ਬਾਬਾ ਜੀ ਨੇ ਨਿਮਰਤਾ ਵਾਲੇ ਬੋਲ ਬੋਲੇ ਨਾ ਜੀ, ਤੇ ਇਹ ਵੀ ਆਖਿਆ ਵੀ ਮੈਂ ਤੇ ਕੰਧ ਪਾੜ ਕੇ ਆਇਆ, ਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਖੁਸ਼ ਹੋ ਗਏ ਜੀ। ਖੁਸ਼ ਕਰਨਾ ਬੰਦੇ ਨੂੰ ਆਉਣਾ ਚਾਹੀਦਾ, ਖੁਸ਼ ਕਰਨਾ ਵੱਡੀ ਗੱਲ ਨਹੀਂ ਹੈਗੀ ਜੀ, ਬੰਦੇ ਨੂੰ ਖੁਸ਼ ਕਰਨ ਦੀ ਜਾਚ ਆਉਣੀ ਚਾਹੀਦੀ ਹੈ। ਹਾਂਜੀ ਕਹਿਓ ਬ੍ਰਿਧ ਕੋ ਤੁਮ ਬਹੁ ਧਨ। ਤੇ ਮਹਾਰਾਜ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ, ਬਾਬਾ ਬੁੱਢਾ ਜੀ ਤੁਸੀਂ ਤੇ ਧਨ ਹੀ ਹੋ। ਕਹਿਣ ਲੱਗੇ, ਲਓ ਸੰਗਤ ਜੀ, ਗੁਰੂ ਸਾਹਿਬ ਬਾਬਾ ਜੀ ਨੂੰ ਧਨ ਕਹਿ ਰਹੇ ਤੇ ਅਸੀਂ ਕਿਉਂ ਨਾ ਕਹੀਏ ਜੀ। ਕਹੋ ਸਾਰੇ ਪ੍ਰੇਮ ਨਾਲ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਧੰਨ ਜੀ। ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਤੇ ਮਹਾਰਾਜ ਕਹਿੰਦੇ, ਬਾਬਾ ਜੀ ਤੁਸੀਂ ਤੇ ਧੰਨ ਹੋ, ਧੰਨ। ਹਾਂਜੀ ਪਰ ਉਪਕਾਰ ਹੇਤ ਸਭ ਕਰਿਓ। ਇਹ ਤੁਸੀਂ ਦੂਜਿਆਂ ਦਾ ਭਲਾ ਕਰਨ ਵਾਸਤੇ ਸਾਰਾ ਕੁਝ ਕੀਤਾ। ਹਾਂਜੀ ਸਿੱਖੀ ਕੋਸ ਥੰਬ ਹੋਵੇ ਥਿਰਿਓ। ਤੇ ਬਾਬਾ ਜੀ ਕਹਿਣ ਲੱਗੇ, ਵਾਹਿਗੁਰੂ ਗੁਰੂ ਸਾਹਿਬ ਕਹਿਣ ਲੱਗੇ ਬਾਬਾ ਜੀ ਨੂੰ, ਬਾਬਾ ਜੀ ਤੁਸੀਂ ਤੇ ਸਿੱਖੀ ਦੇ ਆਸਰੇ ਹੋ, ਆਸਰੇ ਥੰਮੇ ਹੋ, ਥੰਮੇ। ਹਾਂਜੀ ਮਤ ਸਰ ਪਾਵਕ ਜਵਲਤ ਮਹਾਨਾ, ਈਂਦਨ ਧੀਰਜ ਗਿਆਨ ਰੋ ਧਿਆਨ। ਕਹਿਣ ਲੱਗੇ ਗਿਆਨ, ਧਿਆਨ, ਧੀਰਜ ਇਹ ਤੁਹਾਡੇ ਵਿੱਚ ਪੂਰੇ ਹਨ। ਈਰਖਾ ਦੀ ਅੱਗ ਦਾ ਤੁਹਾਡੇ ਉੱਤੇ ਅਸਰ ਨਹੀਂ ਹੈਗਾ। ਗੱਜ ਕੇ ਆਖੋ ਵਾਹਿਗੁਰੂ। ਕੋਈ ਜਿੰਨੀ ਮਰਜ਼ੀ ਈਰਖਾ ਕਰੀ ਜਾਵੇ, ਜਿਹਦੇ ਨਾਲ ਈਰਖਾ ਹੋ ਰਹੀ ਹੈ ਨਾ, ਉਹ ਬਾਣੀ ਪੜ੍ਹੇ, ਰੱਬ ਦਾ ਨਾਮ ਜਪੇ, ਈਰਖਾਲੂ ਬੰਦੇ ਦਾ ਆਪੇ ਹੀ ਨਾਸ ਹੋ ਜਾਂਦਾ ਜੀ। ਹਾਂਜੀ ਪਿਛਤਾਸ਼ਨੀ ਆਸ ਦੁਖਦਾਈ, ਪੁਰਹਿ ਨਾ ਰਾਜ ਤਰਲੋਕੀ ਪਾਈ। ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਨਾ ਬੜੇ ਬਚਨ ਕਰ ਰਹੇ ਜੀ, ਬੜੇ ਬਚਨ ਕੀਤੇ ਸੋਨ ਬ੍ਰਿਧ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਇਹ ਆਦਮਖੋਰ ਲੋਕ ਬੜੇ ਦੁਖੀ ਕਰਦੇ ਆ, ਇਹ ਈਰਖਾ ਵਿੱਚ ਫਸੇ ਪਏ ਆ ਸਾਰੇ। ਹਾਂਜੀ ਸੋਨ ਬ੍ਰਿਧ ਨੇ ਪੁਨ ਪਾਖ ਬਖਾਨੇ। ਤੇ ਬਾਬਾ ਜੀ ਪਤਾ ਸੁਣ ਕੇ ਗੁਰੂ ਅਮਰਦਾਸ ਜੀ ਨੂੰ ਇੰਜ ਕਹਿਣ ਲੱਗੇ। ਹਾਂਜੀ ਸਭ ਕੌਤਕ ਤੁਮਨੈ ਇਹ ਠਾਨੇ। ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਇਹ ਤੇ ਸਾਰਾ ਕੌਤਕ ਤੁਹਾਡਾ ਹੀ ਰਚਿਆ ਹੈਗਾ ਜੀ, ਕੋਈ ਦੂਜਾ ਕੁਝ ਕਰ ਸਕਦਾ ਮਹਾਰਾਜ? ਹਾਂਜੀ ਆਪਣੀ ਲੀਲਾ ਆਪ ਨਿਹਾਰ ਹੋ। ਇਹ ਤੇ ਮਹਾਰਾਜ ਤੁਸੀਂ ਆਪ ਹੀ ਲੀਲਾ ਬਣਾ ਕੇ ਨਾ ਆਪ ਹੀ ਵੇਖ ਰਹੇ ਹੋ। ਹਾਂਜੀ ਕਿਸੇ ਉਪਾਵ ਹੋ ਕਿਸੇ ਸੰਘਾਰ ਹੋ। ਕਿਸੇ ਨੂੰ ਵੀ ਬਣਾ ਦਿਓ ਤੇ ਕਿਸੇ ਨੂੰ ਵੀ ਮਾਰ ਦਿਓ, ਤੇ ਤੁਹਾਡੇ ਆਪਣੇ ਹੱਥ ਹੈਗਾ ਸੱਚੇ ਪਾਤਸ਼ਾਹ। ਹਾਂਜੀ ਸਭ ਜੀਵਨ ਕੇ ਜੀਵ ਬੈਸਾਲਾ, ਦੇਹੋ ਜੀਵ ਕਾ ਤੁਮ ਸਭ ਕਾਲਾ। ਸੱਚੇ ਪਾਤਸ਼ਾਹ ਤੁਸੀਂ ਜਿਹਨੂੰ ਮਰਜ਼ੀ ਜੀਵਨ ਦੇ ਦਿਓ, ਵੱਡੇ ਵੱਡੇ ਜੀਵਾਂ ਚੋਂ ਜਿਹਦਾ ਮਰਜ਼ੀ ਜੀਵਨ ਲੈ ਲਿਓ, ਤੁਹਾਡੇ ਹੱਥ ਵਿੱਚ ਹੈਗਾ। ਤੁਹਾਡੀ ਆਪਣੀ ਖੇਡ ਰਚਾਈ ਹੋਈ ਹੈ। ਹਾਂਜੀ ਸੰਗਤ ਵਿਆਕੁਲ ਆਪਣੀ ਜਾਨੋ। ਪਰ ਮਹਾਰਾਜ ਹੁਣ ਕਿਰਪਾ ਕਰੋ, ਤੁਹਾਡੇ ਦਰਸ਼ਨਾਂ ਤੋਂ ਬਗੈਰ ਬਾਹਰ ਸੰਗਤ ਬੜੀ ਦੁਖੀ ਹੈ। ਹਾਂਜੀ ਦਰਸ਼ਨ ਦੇਹੋ ਕਸ਼ਟ ਕੋ ਹਾਨੋ। ਦਰਸ਼ਨ ਦਿਓ ਤੇ ਮਹਾਰਾਜ ਸੰਗਤ ਦਾ ਕਸ਼ਟ ਦੂਰ ਕਰੋ। ਹਾਂਜੀ ਤਰਹਿ ਕਾਮਨਾ ਪੂਰਨ ਕਰੀਐ। ਤੇ ਮਹਾਰਾਜ ਸੰਗਤਾਂ ਦੀ ਭਾਵਨਾ ਪੂਰੀ ਹੋਵੇ। ਕਿੱਥੋਂ ਸੰਗਤਾਂ ਚੱਲ ਕੇ ਆਈਆਂ ਤੁਹਾਡੇ ਦਰਸ਼ਨਾਂ ਵਾਸਤੇ। ਹਾਂਜੀ ਬਿਰਦ ਕਿਰਪਾਲ ਸਦੀਵ ਵਿਚਰੀਐ। ਤੇ ਮਹਾਰਾਜ ਤੁਹਾਡਾ ਤੇ ਬਿਰਦ ਹੀ ਹੈਗਾ, ਸੇਵਕਾਂ ਤੇ ਦਇਆ ਕਰਨੀ। ਗੱਜ ਕੇ ਆਖੋ ਵਾਹਿਗੁਰੂ। ਇੱਕ ਇੱਕ ਬਚਨ ਧਿਆਨ ਮੰਗਦਾ। ਸੰਗਤ ਜੀ ਇਹ ਗੁਰੂ ਸਾਹਿਬ ਹਨ। ਜਿਹੜਾ ਸੇਵਕ ਸਿੱਖ ਗੁਰੂ ਜੀ ਦਾ ਸੇਵਕ ਬਣੇਗਾ, ਮਹਾਰਾਜ ਦਾ ਸੁਭਾਅ ਹੈਗਾ ਉਹਦੇ ਤੇ ਕਿਰਪਾ ਕਰਨੀ ਜੀ। ਹਾਂਜੀ
ਬਿਨਤੀ ਸੁਣ ਕੈ ਬਾਕ ਉਚਾਰਾ। ਜਦੋਂ ਬਾਬਾ ਜੀ ਨੇ ਬੇਨਤੀ ਕੀਤੀ ਨਾ ਵੀ ਮਹਾਰਾਜ ਉੱਠ ਕੇ ਦਰਸ਼ਨ ਦਿਓ, ਤੇ ਸੱਚੇ ਪਾਤਸ਼ਾਹ ਨੇ ਅੱਗੋਂ ਇੰਝ ਆਖਿਆ। ਹਾਂਜੀ, ਉਠੋ ਆਪ ਅਬ ਖੋਲੋ ਦੁਆਰਾ। ਵਾਹ ਵਾਹ ਵਾਹ, ਕਮਾਲ ਹੋ ਗਈ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਾਬਾ ਜੀ ਹੁਣ ਉਠੋ ਤੇ ਆਪ ਹੀ ਦਰਵਾਜ਼ਾ ਖੋਲ ਦਿਓ। ਕਹਿਣ ਲੱਗੇ ਸਾਰਾ ਦਰਵਾਜ਼ਾ ਹੀ ਖੋਲ ਦਿਓ। ਕਮਾਲ ਦੀ ਗੱਲ ਹੈ, ਸਿੱਖਾਂ ਵਾਸਤੇ ਗੁਰੂ ਦੇ ਦਰਸ਼ਨਾਂ ਦੇ ਦਰਵਾਜ਼ੇ ਬੰਦ ਹੋ ਜਾਣ ਤੇ ਉਹ ਦਰਵਾਜ਼ੇ ਖੋਲਣ ਦੀ ਜੇ ਕੋਈ ਤਾਕਤ ਰੱਖਦਾ ਤੇ ਬਾਬਾ ਬੁੱਢਾ ਜੀ ਰੱਖਦੇ ਜੀ। ਇਹਦਾ ਭਾਵ ਪਤਾ ਕੀ ਹੈ? ਹਰ ਰੋਜ਼ ਦਿਹਾੜੀ 'ਚ ਇੱਕ ਵਾਰੀ ਬਾਬਾ ਬੁੱਢਾ ਜੀ ਨੂੰ ਜ਼ਰੂਰ ਯਾਦ ਕਰਿਆ ਕਰੋ, ਕਿਉਂਕਿ ਜੇ ਸਾਡੇ ਕੋ ਭੁੱਲ ਹੋ ਜੇ, ਕਿਸੇ ਕਾਰਨ ਅੰਦਰ ਰਸ ਨਾ ਬਣੇ, ਕਿਸੇ ਕਾਰਨ ਗੁਰੂ ਜੀ ਦੇ ਦਰਸ਼ਨ ਨਾ ਹੋਣ, ਤੇ ਆਪਣੇ ਘਰ 'ਚ ਬੈਠ ਕੇ, ਆਪਣੇ ਹਿਰਦੇ ਰੂਪੀ ਘਰ 'ਚ ਬੈਠ ਕੇ ਬਾਬਾ ਬੁੱਢਾ ਜੀ ਨੂੰ ਧੰਨ ਧੰਨ ਆਖਿਓ। ਬਾਬਾ ਜੀ ਸਾਰੇ ਦਰਵਾਜ਼ੇ ਖੋਲ ਦਿੰਦੇ ਨੇ ਜੀ। ਮਹਾਰਾਜ ਕਹਿੰਦੇ ਫਿਰ ਖੋਲ ਦਿਓ ਦਰਵਾਜ਼ਾ। ਹਾਂਜੀ, ਸੰਗਤ ਕੋ ਦਰਸਾਓ ਭਲੇਰੇ। ਕਰਾ ਦਿਓ ਫਿਰ ਸੰਗਤ ਨੂੰ ਦਰਸ਼ਨ। ਕਹਿਣ ਲੱਗੇ ਖੋਲ ਦਿਓ ਦਰਵਾਜ਼ਾ, ਕਹੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਹਾਂਜੀ, ਇਹ ਉਪਕਾਰ ਹੋਏ ਸਭ ਤੇਰੇ। ਨਾਲੇ ਮਹਾਰਾਜ ਕਹਿਣ ਲੱਗੇ ਤੁਹਾਡਾ ਹੀ ਉਪਕਾਰ ਹੈਗਾ ਸਾਰਿਆਂ ਤੇ। ਹਾਂਜੀ, ਸੁਣ ਕੈ ਬ੍ਰਿਧ ਬਿਲੰਦ ਆਨੰਦਿਓ। ਜਦੋਂ ਬਾਬਾ ਜੀ ਨੇ ਸੁਣਿਆ ਨਾ ਵੀ ਮਹਾਰਾਜ ਕਹਿੰਦੇ ਖੋਲ ਦਿਓ ਦਰਵਾਜ਼ਾ, ਤੇ ਬਾਬਾ ਜੀ ਬੜੇ ਆਨੰਦ ਵਿੱਚ ਹੋ ਗਏ ਜੀ। ਖੁਸ਼ੀ ਦਾ ਅੰਤ ਹੀ ਨਹੀਂ ਬਾਬਾ ਜੀ ਦੀ। ਹਾਂਜੀ, ਤੂਰਨ ਉਠਿਓ ਗੁਰੂ ਪਦ ਬੰਦਿਓ। ਬਸ ਉਸੇ ਵੇਲੇ ਬਾਬਾ ਜੀ ਨੇ ਪਹਿਲਾਂ ਤੇ ਮਹਾਰਾਜ ਨੂੰ ਟੇਕਿਆ ਮੱਥਾ। ਹਾਂਜੀ, ਢਾਹੇ ਈਟਕਾ ਖੋਲਿਓ ਦੁਆਰਾ। ਤੇ ਉਹ ਜਿਹੜਾ ਚਿਣਿਆ ਸੀ ਨਾ ਦਰਵਾਜ਼ਾ, ਉਹ ਸਾਧ ਸੰਗਤ ਇੱਟਾਂ ਪਰਾਂ ਕਰਕੇ ਉਹ ਦਰਵਾਜ਼ਾ ਖੋਲ ਦਿੱਤਾ ਜੀ। ਜਿਸ ਦਰਵਾਜ਼ੇ ਤੇ ਲਿਖਿਆ ਸੀਗਾ ਇਸ ਦਰਵਾਜ਼ੇ ਰਾਹੀਂ ਜਿਹੜਾ ਅੰਦਰ ਆਏਗਾ ਉਹ ਸਾਡਾ ਸਿੱਖ ਨਹੀਂ, ਅਸੀਂ ਉਹਦੇ ਗੁਰੂ ਨਹੀਂ। ਖੁੱਲ ਗਿਆ ਉਹ ਦਰਵਾਜ਼ਾ। ਹਾਂਜੀ, ਸਭ ਸੰਗਤ ਕੋ ਤਬਹਿ ਹਕਾਰਾ। ਤੇ ਫਿਰ ਬਾਬਾ ਜੀ ਦਰਵਾਜ਼ੇ 'ਚ ਖਲੋ ਕੇ ਸੰਗਤ ਨੂੰ ਕਹਿੰਦੇ ਆ ਜਾਓ ਹੁਣ ਸਾਰੇ ਅੰਦਰ ਆ ਜਾਓ। ਹਾਂਜੀ, ਦਿਖਤ ਹੋਤੀ ਸੁਨ ਬ੍ਰਿਧ ਕੀ ਆਗਿਆ। ਸੰਗਤ ਨੂੰ ਵੀ ਪਤਾ ਵੀ ਉੱਤੇ ਮਹਾਰਾਜ ਦਾ ਬਚਨ ਹੈ, ਪਰ ਸੰਗਤ ਨੂੰ ਇਹ ਵੀ ਪਤਾ ਹੈ ਜੇ ਬਾਬਾ ਬੁੱਢਾ ਜੀ ਕਹਿ ਰਹੇ ਇਹਦਾ ਮਤਲਬ ਹੁਣ ਬਚਨ ਜਿਹੜਾ ਉਹ ਭਲੇ ਵਾਸਤੇ ਹੈ। ਸਾਰੀ ਸੰਗਤ ਸੁਣ ਕੇ ਖੁਸ਼ ਹੋ ਗਈ ਜੀ। ਹਾਂਜੀ, ਹਰਖਤ ਭਈ ਪ੍ਰੇਮ ਰਸ ਪਾਗਿਆ। ਬਸ ਫਿਰ ਕੀ ਸੀਗਾ ਜੀ, ਸਾਧ ਸੰਗਤ ਦੀ ਸੰਗਤ ਵੀ ਖੁਸ਼ ਹੋ ਗਈ ਜੀ। ਜਦੋਂ ਬਾਬਾ ਜੀ ਨੇ ਦਰਵਾਜ਼ਾ ਖੋਲਤਾ, ਆਗਿਆ ਦੇ ਦਿੱਤੀ। ਹਾਂਜੀ, ਹੋਮ ਹਮਾਏ ਸੰਗਤ ਸਭ ਆਈ। ਆਪਾਂ ਕਹਿੰਦੇ ਨਾ ਹੋਮ ਹੁਮਾ ਕੇ ਸੰਗਤ ਆਈ ਜੀ। ਲਾਈਨਾਂ ਬਣਾ ਕੇ ਹੋਮ ਹੁਮਾ ਕੇ ਸੰਗਤਾਂ ਅੰਦਰ ਆ ਰਹੀਆਂ। ਭਈ ਪੀਰ ਤਹ ਥਾਉ ਨਾ ਪਾਈ। ਉਹ ਕੋਠਾ ਛੋਟਾ ਤੇ ਸੀ ਅੰਦਰ, ਅੰਦਰ ਤੇ ਥਾਂ ਹੀ ਨਹੀਂ ਰਹੀ, ਤੇ ਗੁਰੂ ਜੀ ਨੇ ਦਰਵਾਜ਼ਾ ਖੋਲ ਕੇ ਦਰਸ਼ਨ ਦਿੱਤੇ ਜੀ। ਖੋਲ ਕਪਟ ਗੁਰ ਮੇਲਿਆ, ਖੋਲ ਕਪਟ ਗੁਰ ਮੇਲਿਆ, ਖੋਲ ਕਪਟ ਗੁਰ ਮੇਲਿਆ। ਖੋਲ ਕਪਟ ਗੁਰ ਮੇਲਿਆ, ਖੋਲ ਕਪਟ ਗੁਰ ਮੇਲਿਆ। ਹਾਂਜੀ, ਪਦ ਪੰਕਜ ਪਰਸਹਿ ਕਰ ਬੰਧਨ। ਸੰਗਤਾਂ ਮਹਾਰਾਜ ਨੂੰ ਮੱਥਾ ਟੇਕਦੀਆਂ ਹਨ, ਦਰਸ਼ਨ ਕਰਦੀਆਂ ਹਨ। ਦਰਸਹਿ ਸਤਿਗੁਰ ਹਿਰਦੇ ਆਨੰਦ ਤੇ ਹੈ। ਸੰਗਤਾਂ ਮਹਾਰਾਜ ਦੇ ਦਰਸ਼ਨ ਕਰ ਕਰਕੇ ਨਾ ਆਨੰਦ ਲੈ ਰਹੀਆਂ ਜੀ, ਆਨੰਦ ਲੈ ਰਹੀਆਂ ਜੀ। ਹਾਂਜੀ, ਤਰਹਿ ਉਪਾਇਨ ਪ੍ਰੇਮ ਬੰਧਾਵਹਿ। ਭੇਟਾ ਵੀ ਰੱਖ ਰਹੀਆਂ ਤੇ ਪਿਆਰ ਇੰਨਾ ਜ਼ਿਆਦਾ ਵੀ ਅੰਤ ਹੀ ਕੋਈ ਨਹੀਂ ਜੀ। ਹਾਂਜੀ, ਜੈ ਜੈਕਾਰ ਉਚਾਰ ਸੁਨਾਵਹਿ। ਤੇ ਸੰਗਤਾਂ ਕੀ ਕਰ ਰਹੀਆਂ ਜੀ? ਸੰਗਤਾਂ ਮਹਾਰਾਜ ਦੀ ਦੀਆਂ ਜੈ ਜੈਕਾਰਾਂ ਕਰਨ ਦਈਆਂ। ਧੰਨ ਗੁਰੂ ਅਮਰਦਾਸ ਸਾਹਿਬ ਜੀ, ਧੰਨ ਗੁਰੂ ਅਮਰਦਾਸ ਸਾਹਿਬ ਜੀ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਹਿ ਰਹੀਆਂ। ਹਾਂਜੀ, ਸਭ ਸੰਗਤ ਬੈਠੀ ਹਰ ਖਾਏ। ਸਾਰੀ ਸੰਗਤ ਕੁਝ ਅੰਦਰ ਬਹਿ ਗਈ, ਕੁਝ ਬਾਹਰ ਬਹਿ ਗਈ, ਖੁਸ਼ ਹੋ ਗਏ ਸਾਰੇ ਦਰਸ਼ਨ ਕਰਕੇ ਜੀ। ਹਾਂਜੀ, ਭੇਟਨ ਕੇ ਅੰਬਾਰ ਲਗਾਏ। ਤੇ ਚੜਾਵੇ ਦਾ ਤੇ ਢੇਰ ਲੱਗ ਗਿਆ ਜੀ ਉੱਥੇ। ਹਾਂਜੀ, ਸਭਨ ਸੁਨਾਏ ਗੁਰੂ ਤਬ ਕਹਿਓ। ਤੇ ਸਾਰਿਆਂ ਨੂੰ ਸੁਣਾ ਕੇ ਨਾ ਗੁਰੂ ਅਮਰਦਾਸ ਸਾਹਿਬ ਜੀ ਬਚਨ ਕਰਦੇ ਆ। ਹਾਂਜੀ, ਇਹ ਉਪਕਾਰ ਸੋ ਬੁੱਢੇ ਲਹਿਓ। ਮਹਾਰਾਜ ਕਹਿੰਦੇ ਸੰਗਤ ਜੀ ਤੁਹਾਨੂੰ ਪਤਾ ਹੈ, ਤੁਹਾਨੂੰ ਦਰਸ਼ਨ ਹੋ ਰਹੇ ਆ, ਇਹ ਜਿਹੜਾ ਉਪਕਾਰ ਹੈ ਇਹ ਬਾਬਾ ਬੁੱਢਾ ਜੀ ਦਾ। ਕਹਿਣ ਲੱਗੇ
ਬਾਬਾ ਜੀ ਦਾ ਪਰਉਪਕਾਰ ਹੈ ਸਾਰਾ। ਹਾਂਜੀ, ਖੇਦ ਵੱਡੋ ਨਿਜ ਤਨ ਪਰ ਲੀਨਾ। ਕਹਿੰਦੇ ਵੇਖੋ ਕਿੰਨਾ ਕਸ਼ਟ ਸਹਾਰਿਆ ਇਹਨਾਂ ਨੇ। ਹਾਂਜੀ, ਨੀਕੋ ਹਿਤ ਸੰਗਤ ਕੋ ਕੀਨਾ। ਸੰਗਤ ਦਾ ਭਲਾ ਕੀਤਾ ਕਹਿਣ ਲੱਗੇ। ਹਾਂਜੀ, ਇਸ ਕੋ ਪਾਰ ਦਇਓ ਦਰਸਾਵੈ। ਹਾਂਜੀ, ਸੋ ਨਰ ਜਮ ਕੋ ਪਿਖਨ ਨਾ ਪਾਵੈ। ਕੰਧ ਪਾੜ ਕੇ ਅੰਦਰੋਂ ਅੰਦਰ ਆ ਗਏ ਤੇ ਫਿਰ ਮਹਾਰਾਜ ਨੇ ਬਚਨ ਪਤਾ ਕੀ ਕੀਤਾ, ਤੁਹਾਨੂੰ ਪਤਾ ਹੀ ਹੈ, ਬੜਾ ਪ੍ਰਸਿੱਧ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੱਖੋ ਜਿੱਧਰੋਂ ਬਾਬਾ ਬੁੱਢਾ ਜੀ ਕੰਧ ਪਾੜ ਕੇ ਅੰਦਰ ਆਏ ਹੈ, ਉਸ ਕੰਧ ਦੇ ਵਿੱਚੋਂ ਜਿਹੜਾ ਵੀ ਲੰਘ ਕੇ ਅੰਦਰ ਨੂੰ ਆਏਗਾ, ਮਹਾਰਾਜ ਕਹਿਣ ਲੱਗੇ ਉਹ ਜਮਾਂ ਦੇ ਰਸਤੇ ਨਹੀਂ ਜਾਏਗਾ। ਉਹ ਜਮਾਂ ਦੇ ਰਸਤੇ ਨਹੀਂ ਜਾਏਗਾ ਜੀ, ਉਹਨੂੰ ਜੰਮ ਨਹੀਂ ਵੇਖਣੇ ਪੈਣਗੇ। ਸੰਨ ਬੀਚ ਜੋ ਨਰ ਲੰਘ ਜਾਵੇ, ਸੋ ਸਿੱਖ ਜੰਮ ਕੇ ਪੰਥ ਨਾ ਜਾਵੇ। ਤੇ ਇੱਕ ਬਚਨ ਕਹਿੰਦੇ ਹੁੰਦੇ ਆ ਵੀ ਜਿਹੜਾ ਸੰਨ ਸਾਹਿਬ ਚੋਂ ਹੋ ਜਾਵੇ ਉਹਦੀ 84 ਕੱਟੀ ਜਾਂਦੀ ਹੈ। ਤੇ ਉਹ ਜਿਹੜਾ 84 ਪਾਠ ਕਰਨੇ, 84 ਇਸ਼ਨਾਨ ਕਰਨੇ, ਉਹ ਤੇ ਸਾਡੇ ਵੱਸ ਦੀ ਗੱਲ ਨਹੀਂ, ਔਖਾ ਕੰਮ ਹੈ। ਪ੍ਰੇਮ ਵਾਲੇ ਉਹ ਵੀ ਕਰਦੇ ਆ, ਪਰ ਹੋਰ ਨਹੀਂ। ਤੇ ਗੁਰੂ ਜੀ ਦਾ ਬਚਨ 'ਚ ਇਹ ਬਚਨ ਕਮਾਲੋ, ਜਾ ਕੇ ਸੰਨ ਸਾਹਿਬ ਜ਼ਰੂਰ ਲੰਘ ਕੇ ਆਓ। ਕਿਉਂ? ਗੁਰੂ ਸਾਹਿਬ ਦਾ ਬਚਨ ਜਿਹੜਾ ਲੰਘੇਗਾ ਉਹ ਜਮਾਂ ਦੇ ਪੰਥ ਨਹੀਂ ਜਾਏਗਾ ਜੀ, ਭਾਵ ਰਸਤੇ ਨਹੀਂ ਜਾਏਗਾ। ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਮੈਨੇਜਰ ਸਾਹਿਬ ਸਰੀਰ ਤਿਆਗ ਗਏ, ਤੇ ਬੜੀ ਛੇਤੀ ਸਾਰਾ ਸਰੀਰ ਉਹਨਾਂ ਨੇ ਸੰਕੋਚ ਲਿਆ, ਤਿਆਗ ਦਿੱਤਾ। ਉਹਨਾਂ ਦੇ ਜਦੋਂ ਉਹਨਾਂ ਦਾ ਮਨ ਬਣਨਾ, ਉਹਨਾਂ ਕਹਿਣਾ ਆਓ ਗੱਡੀ 'ਚ ਬੈਠੀਏ ਤੇ ਜਾਈਏ ਜੀ, ਤੇ ਹੱਸਦੇ ਰਹਿਣਾ ਤੇ ਕਹਿਣਾ ਵੇਖੋ ਅਸੀਂ 84 ਇਸ਼ਨਾਨ ਤੇ ਨਹੀਂ ਕਰ ਸਕਦੇ, ਸੰਨ ਚੋਂ ਲੰਘਣਾ ਤੇ ਸੌਖਾ ਹੈਗਾ ਨਾ। ਕਹਿੰਦੇ ਸੰਨ ਚੋਂ ਲੰਘਣਾ ਤੇ ਬੜਾ ਸੌਖਾ, ਤੇ ਮੈਨੂੰ ਨਾਲ ਲੈ ਕੇ ਜਾਣਾ ਜੀ। ਅਸੀਂ 2-3 ਵਾਰ ਉਹਨਾਂ ਦੇ ਨਾਲ ਜਾ ਕੇ ਆਏ, ਉਂਝ ਵੀ ਬੜੀ ਵਾਰੀ ਜਾ ਕੇ ਆਏ ਜੀ। ਤੋ ਨਾ ਹੱਸ ਕੇ ਗੱਲ ਕਹਿਣੀ 84 ਵਾਲੇ ਤੇ ਬੜਾ ਔਖਾ ਹੈਗਾ, ਆ ਸੰਨ ਚੋਂ ਲੰਘ ਜੀਏ। ਮਹਾਰਾਜ ਨੇ ਬਚਨ ਕੀਤਾ। ਮਹਾਰਾਜ ਕਹਿੰਦੇ ਜਿਹੜਾ ਲੰਘੇਗਾ ਉਹ ਜਮਾਂ ਦੇ ਰਸਤੇ ਨਹੀਂ ਜਾਏਗਾ ਜੀ। ਹਾਂਜੀ, ਇਹੋ ਸੰਗਤ ਕੋ ਬੋਹਿਤ ਭਾਰਾ। ਤੇ ਹੁਣ ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ, ਸੰਗਤ ਜੀ ਬਾਬਾ ਬੁੱਢਾ ਜੀ ਸੰਗਤ ਦੇ ਭਾਰੀ ਜਹਾਜ਼ ਹਨ ਕਹਿਣ ਲੱਗੇ। ਹਾਂਜੀ, ਭਉ ਜਲ ਤੇ ਕਰ ਹੈ ਨਿਸਤਾਰਾ। ਧੰਨ ਬਾਬਾ ਬੁੱਢਾ ਸਾਹਿਬ ਜੀ ਭਵਜਲ ਤੋਂ, ਇਸ ਸੰਸਾਰ ਰੂਪੀ ਸਮੁੰਦਰ ਤੋਂ ਸਿੱਖਾਂ ਦਾ, ਪ੍ਰੇਮੀਆਂ ਦਾ ਭਲਾ ਕਰਿਆ ਕਰਨਗੇ, ਤਾਰਿਆ ਕਰਨਗੇ। ਲਓ ਸਾਰਾ ਹੀ ਜ਼ੋਰ ਲਾ ਦਿਓ, ਕਮੀ ਨਾ ਛੱਡਿਓ, ਤੇ ਗੱਜ ਕੇ ਕਹਿ ਦਿਓ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਇੰਨਾ ਹੀ ਜ਼ੋਰ ਹੈ, ਇੰਨੀ ਵੱਡੀ ਗੱਲ ਹੈ ਬਾਬਾ ਬੁੱਢਾ ਜੀ ਦੀ। ਕਹੋ ਪ੍ਰੇਮ ਨਾਲ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਹਾਂਜੀ, ਸਿੱਖੀ ਅਵਧ ਨਾ ਇਸ ਤੇ ਪਰ। ਬਾਬਾ ਜੀ ਦੇ ਬਾਰੇ ਗੁਰੂ ਸਾਹਿਬ ਬਚਨ ਕਰ ਰਹੇ ਵੀ ਬਾਬਾ ਜੀ ਸਿੱਖੀ ਦੀ ਹੱਦ ਹਨ। ਸਿੱਖੀ ਬਾਬਾ ਜੀ ਤੋਂ ਪਰੇ ਨਹੀਂ ਹੋ ਸਕਦੀ, ਉਰੇ ਹੀ ਹੋ ਸਕਦੀ ਹੈ ਜੀ। ਜਿਵੇਂ ਪਾਣੀ ਦੀ ਹੱਦ ਸਮੁੰਦਰ ਹੈ ਜੀ, ਸਭ ਤੋਂ ਵੱਧ ਪਾਣੀ ਕਿਹਦੇ 'ਚ ਹੈ? ਸਮੁੰਦਰ ਵਿੱਚ ਹੈ। ਇਸੇ ਤਰ੍ਹਾਂ ਸਭ ਤੋਂ ਵੱਧ ਸਿੱਖੀ ਕਿਹਦੇ ਵਿੱਚ ਹੈ? ਬਾਬਾ ਬੁੱਢਾ ਸਾਹਿਬ ਜੀ ਦੇ ਵਿੱਚ ਹੈ। ਹਾਂਜੀ, ਨਾਮ ਲਏ ਗਨ ਬਿਗਨ ਸੋ ਹਰ। ਤੇ ਬਾਬਾ ਜੀ ਦਾ ਜਿਹੜਾ ਨਾਮ ਲਏਗਾ ਨਾ, ਉਹਦੀਆਂ ਮੁਸ਼ਕਲਾਂ, ਰੁਕਾਵਟਾਂ, ਸੰਕਟ ਜਿਹੜੇ ਆ ਆਪੇ ਹੀ ਦੂਰ ਹੋ ਜਾਇਆ ਕਰਨਗੇ। ਹੁਣ ਹੀ ਕਹੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਔਰ ਇਹ ਗੱਲਾਂ ਸੱਚੀਆਂ 'ਚ ਮੈਂ ਅੱਗੇ ਵੀ ਬੜੀ ਵਾਰੀ ਤੁਹਾਨੂੰ ਗੱਲ ਸੁਣਾਈ। ਡਰਬੀ ਦੇ ਵਿੱਚ ਨਾ, ਇੰਗਲੈਂਡ ਵਿੱਚ ਰਵੀ ਸਿੰਘ ਨੇ, ਗੁਰਮੁਖ ਪਿਆਰੇ, ਤੇ ਰਵਿੰਦਰ ਸਿੰਘ ਨਾਮ ਹੈ ਉਹਨਾਂ ਦਾ, ਤੇ ਉਹਨਾਂ ਨੂੰ ਜੌਬ ਨਹੀਂ ਸੀ ਮਿਲਦੀ। ਉੱਧਰੋਂ ਇਹ ਕਥਾ ਹੋਈ ਬਾਬਾ ਬੁੱਢਾ ਜੀ ਦੇ ਜਨਮ ਦਿਨ 'ਤੇ। ਉਹਨਾਂ ਇਹ ਕਥਾ ਸੁਣ ਲਈ, ਤੇ ਕਥਾ ਸੁਣ ਕੇ ਨਾ ਅਗਲੇ ਦਿਨ ਜਦੋਂ ਜੌਬ 'ਤੇ ਲੈਣ ਵਾਸਤੇ ਜਾਣਾ ਸੀ, ਇੰਟਰਵਿਊ 'ਤੇ ਅੱਗੇ ਜਾਂਦੇ ਸੀ, ਗੱਲ ਨਹੀਂ ਸੀ ਬਣਦੀ। ਤੇ ਜਦੋਂ ਰਸਤੇ 'ਚ ਗਏ ਤੇ ਬਾਬਾ ਬੁੱਢਾ ਜੀ ਦਾ ਨਾਮ ਲੈਂਦੇ ਗਏ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ।
ਤੇ ਪਿਆਰਿਓ ਬਾਬਾ ਜੀ ਦੇ ਨਾਮ ਦਾ ਇੰਨਾ ਪ੍ਰਤਾਪ ਸੀਗਾ ਵੀ ਜਾਂਦਿਆਂ ਨੂੰ ਕੰਮ ਆਪੇ ਹੀ ਬਣ ਗਿਆ ਜੀ। ਕਿਉਂ ਬਣ ਗਿਆ? ਕਿਉਂਕਿ ਗੁਰੂ ਅਮਰਦਾਸ ਜੀ ਦਾ ਬਚਨ ਹੈ, ਨਾਮ ਲੈਤ ਗਨ ਬਿਗਨ ਸੋ ਹਰੈ। ਜਿਹੜਾ ਬਾਬਾ ਜੀ ਦਾ ਨਾਮ ਲਏਗਾ, ਬਾਬਾ ਜੀ ਦੇ ਨਾਮ ਲੈਣ ਦਾ ਪ੍ਰਤਾਪ ਹੈ, ਉਹਦੇ ਵਿਘਨ ਦੂਰ ਹੋ ਜਾਣਗੇ। ਵਿਘਨ ਕੀ ਹੈ? ਰੁਕਾਵਟਾਂ। ਕਿਸੇ ਕੰਮ ਤੇ ਜਾਣਾ, ਸਾਧ ਸੰਗਤ ਕੰਮ ਸਿਰੇ ਹੀ ਨਹੀਂ ਚੜ੍ਹਦਾ, ਰੁਕਾਵਟ ਹੀ ਪਈ ਜਾਣੀ, ਰੁਕਾਵਟ ਹੀ ਪਈ ਜਾਣੀ, ਅੜਚਨ ਹੀ ਪਈ ਰਹਿਣੀ। ਤੇ ਜਿਹੜੀਆਂ ਬਹੁਤੀਆਂ ਜਿਹਨੂੰ ਅੜਚਣਾਂ ਪੈਂਦੀਆਂ ਨਾ, ਬਾਬਾ ਜੀ ਦਾ ਨਾਮ ਲਿਆ ਕਰੋ। ਕਹੋ ਪ੍ਰੇਮ ਨਾਲ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਹਾਂਜੀ। ਬਰਿਦ ਨੇ ਕਹਿਓ ਤੂੰ ਰੰਗਨ ਖਰੀ। ਤੇ ਮਹਾਰਾਜ ਸਿਫਤ ਕਰਨ ਰਹੇ ਆ, ਤੇ ਬਾਬਾ ਜੀ ਸਿਫਤ ਨਹੀਂ ਸੁਣ ਰਹੇ ਆਪਣੀ। ਬਾਬਾ ਜੀ ਨੇ ਨਾ ਗੱਲ ਵਿੱਚ ਹੀ ਕਰਤੀ, ਕਹਿੰਦੇ ਮਹਾਰਾਜ ਉਹ ਘੋੜੀ ਬਾਹਰ ਖਲੋਤੀ ਹੈ ਸੱਚੇ ਪਾਤਸ਼ਾਹ, ਵੇਖੋ ਉਹਨੂੰ ਫੁੱਲਾਂ ਨਾਲ ਸਜਾਇਆ ਸੀ, ਕਾਠੀ ਪਾਈ ਸੀਗੀ। ਹਾਂਜੀ। ਜਿਸਨੇ ਰਾਵਰ ਕੀ ਸੁਧ ਕਰੀ। ਤੇ ਵੇਖੋ ਆਪਣੀ ਗੱਲ ਲੁਕਾ ਰਹੇ ਆ। ਕਹਿੰਦੇ ਮਹਾਰਾਜ ਉਹਨੇ ਤੇ ਤੁਹਾਡਾ ਐਡਰੈਸ ਦਿੱਤਾ ਸਾਨੂੰ, ਉਹਨੇ ਤੇ ਪਤਾ ਦਿੱਤਾ ਸੱਚੇ ਪਾਤਸ਼ਾਹ, ਉਹਦੇ ਕਰਕੇ ਤੁਸੀਂ ਇੱਥੇ ਆਏ ਆ। ਹਾਂਜੀ। ਉਠੋ ਔਰੂਡੋ ਚਲੋ ਕਿਰਪਾਲਾ। ਕਿਰਪਾਲੂ ਜੀ, ਦਿਆਲੂ ਜੀ, ਮਹਾਰਾਜ ਹੁਣ ਕਿਰਪਾ ਕਰੋ ਤੇ ਚੱਲੋ ਮਹਾਰਾਜ ਗੋਇੰਦਵਾਲ ਸਾਹਿਬ। ਹਾਂਜੀ। ਸਦਨ ਆਪਨੇ ਗੋਇੰਦਵਾਲਾ। ਮਹਾਰਾਜ ਘੋੜੀ ਤੇ ਸਵਾਰ ਹੋ ਸੱਚੇ ਪਾਤਸ਼ਾਹ। ਹਾਂਜੀ। ਤਬ ਸ਼੍ਰੀ ਗੁਰ ਨਿਕਸੇ ਤਿਸ ਬਾਹਰ। ਤੇ ਫਿਰ ਉਸ ਸਮੇਂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਕੋਠਾ ਸਾਹਿਬ ਚੋਂ ਬਾਹਰ ਆਏ ਜੀ। ਬਾਹਰ ਆਏ, ਸੁਰਤ ਵਿੱਚ ਦ੍ਰਿਸ਼ ਵਸਾਓ। ਚਿੱਟਾ ਦਸਤਾਰਾ ਬੰਨ੍ਹਦੇ ਸਨ ਮਹਾਰਾਜ, ਚਿੱਟਾ ਹੀ ਦਾੜਾ, ਤੇ ਛੋਟਾ ਕੱਦ ਹੈ ਮਹਾਰਾਜ ਦਾ, ਮੱਧਰਾ ਕੱਦ ਹੈ ਜੀ। ਮਹਾਰਾਜ ਉੱਠ ਕੇ ਬਾਹਰ ਆਏ ਜੀ। ਹਾਂਜੀ। ਖਰੇ ਭਏ ਦੀਏ ਦਰਸ਼ਨ ਜਾਹਰ। ਹੁਣ ਤੇ ਬਾਹਰ ਲਾਈਟ ਸੀ, ਚਾਨਣ ਸੀਗਾ ਜੀ, ਖੁੱਲੇ ਦਰਸ਼ਨ ਦਿੱਤੇ ਸੰਗਤ ਨੂੰ ਜੀ। ਹਾਂਜੀ। ਆਏ ਤੁਰੰਗਨ ਸੀਸ ਨਿਵਾਵਾ। ਤੇ ਫਿਰ ਆਏ ਤੁਰੰਗਨ ਸੀਸ ਨਿਵਾਵਾ। ਜਦੋਂ ਮਹਾਰਾਜ ਘੋੜੀ ਦੇ ਲਾਗੇ ਗਏ ਤੇ ਘੋੜੀ ਨੇ ਮੱਥਾ ਟੇਕਿਆ ਮਹਾਰਾਜ ਨੂੰ ਜੀ। ਕਿੰਨੀ ਸਿਆਣੀ ਹੈ ਜੀ ਇਹ। ਹਾਂਜੀ। ਫੁਰਕਾਵਤ ਹਿਰਦਾ ਹਰ ਖਾਵਾ। ਤੇ ਉਹ ਵੀ ਨਾਸਾਂ ਦੇ ਨਾ ਫੁਰਕਾਰੇ ਮਾਰਦੀ ਹੈ। ਖੁਸ਼ ਹੈ ਨਾ ਉਹ ਘੋੜੀ, ਉਹ ਵੀ ਫੁਰਕਾਰੇ ਮਾਰੇ ਕਿ ਪੂਰੇ ਦੱਸੇ ਵੀ ਮੈਂ ਖੁਸ਼ ਹੈਗੀ ਹਾਂ। ਹਾਂਜੀ। ਤਬ ਸ਼੍ਰੀ ਅਮਰ ਫੇਰ ਕਰ ਹਾਥ। ਵਾਹ ਵਾਹ, ਕਿੱਡੇ ਭਾਗਾਂ ਵਾਲੀ। ਵੇਖੋ ਮਹਾਰਾਜ ਨੇ ਉਹਦੇ ਤੇ ਹੱਥ ਫੇਰਿਆ ਜੀ, ਉਸ ਘੋੜੀ ਤੇ। ਹਾਂਜੀ। ਚੜੇ ਸਿਮਰ ਸ੍ਰੀ ਨਾਨਕ ਨਾਥ। ਤੇ ਜਦੋਂ ਗੱਡੀ ਕਾਰ ਮੋਟਰ ਤੇ ਬਹਿੰਦੇ ਹੁੰਦੇ ਚ ਗੁਰੂ ਨਾਨਕ ਸਾਹਿਬ ਨੂੰ ਚੇਤੇ ਕਰਿਆ ਕਰੋ। ਮਹਾਰਾਜ ਘੋੜੀ ਤੇ ਸੱਜਣ ਲੱਗੇ ਤੇ ਗੁਰੂ ਨਾਨਕ ਸਾਹਿਬ ਨੂੰ ਚੇਤਾ ਕੀਤਾ, ਮਹਾਰਾਜ ਦਾ ਨਾਮ ਲੈ ਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਸੱਜੇ ਜੀ ਘੋੜੀ ਤੇ। ਹਾਂਜੀ। ਸੁੰਦਰ ਗਤ ਬੜਵਾ ਤਬ ਚੱਲਾ। ਲਓ ਚੱਲੇ ਹੁਣ ਮਹਾਰਾਜ ਗੋਇੰਦਵਾਲ ਸਾਹਿਬ ਨੂੰ ਜੀ। ਹਾਂਜੀ। ਉਹ ਬੜੇ ਵਧੀਆ ਤਰੀਕੇ ਨਾਲ ਤੁਰ ਰਹੀ ਜੀ। ਹਾਂਜੀ। ਸੰਗਤ ਚਲਤ ਸੰਗ ਸਭ ਮਿਲੈ। ਸਾਰੀ ਸੰਗਤ ਮਗਰ ਮਗਰ। ਅੱਗੇ ਕੀ ਸੀ? ਅੱਗੇ ਜੰਜ ਤੇ ਤਿਆਰ ਸੀ, ਲਾੜਾ ਨਹੀਂ ਸੀ ਹੈਗਾ ਜੀ। ਖਾਲੀ ਘੋੜੀ ਤੁਰੀ ਆ ਰਹੀ ਸੀ ਨਾ। ਗੁਣ ਜੰਜ ਲਾੜੇ ਨਾਲ ਸੋ ਹੈ। ਸੰਗਤ ਵੀ ਸਤਿਗੁਰਾਂ ਨਾਲ ਹੀ ਫੱਬਦੀ ਹੈ। ਹੁਣ ਮਹਾਰਾਜ ਬੈਠ ਗਏ, ਸੰਗਤਾਂ ਨਾਲ ਤੁਰ ਪਈਆਂ ਜੀ। ਕੱਲੀ ਸੰਗਤ ਕਿੱਥੇ ਹੈ? ਕਿਹੜੀ ਫੱਬਦੀ ਹੈ ਜਿਹਦੇ ਵਿੱਚ ਸਤਿਗੁਰੂ ਹੀ ਨਾ ਹੋਣ ਜੀ। ਪ੍ਰਤਾਪ ਤੇ ਸਤਿਗੁਰੂ ਜੀ ਦਾ ਨਾਂ ਨੇ। ਹੁਣੇ ਮਹਾਰਾਜ ਨੇ ਸੁੱਖ ਆਸਣ 'ਚ ਜਾਣਾ, ਆਪਾਂ ਸਾਰਿਆਂ ਨੇ ਘਰੋਂ ਘਰੀ ਚੱਲ ਜਾਣਾ ਜੀ। ਹਾਂਜੀ। ਭਾਈ ਬ੍ਰਿਧ ਰਕਾਬ ਤਬ ਗਹੀ। ਤੇ ਬਾਬਾ ਬੁੱਢਾ ਜੀ ਨਾ ਰਕਾਬ ਫੜਦੇ ਆ। ਹਾਂਜੀ। ਸਭ ਹਿਨ ਅਸ ਸ਼ੋਭਾ ਤਬ ਲਹੀ। ਕਹਿੰਦੇ ਸਾਰੇ ਹੀ ਬੜੇ ਫੱਬ ਰਹੇ ਜੀ, ਸੰਗਤਾਂ ਵੀ ਫੱਬ ਰਹੀਆਂ, ਗੁਰੂ ਸਾਹਿਬ ਵੀ ਫੱਬ ਰਹੇ ਆ, ਘੋੜੀ ਵੀ ਫੱਬ ਰਹੀ ਹੈ, ਤੇ ਬਾਬਾ ਜੀ ਨੇ ਰਕਾਬ ਫੜੀ, ਬਾਬਾ ਜੀ ਵੀ ਬੜੇ ਫੱਬ ਰਹੇ ਆ। ਹਾਂਜੀ। ਆਨੰਦ ਉਦਦ ਕੀ ਉਠੈ ਤਰੰਗੈ। ਤੇ ਫਿਰ ਹੁੰਦਾ ਕੀ ਜੀ? ਆਨੰਦ ਦੇ ਸਾਗਰ ਦੀਆਂ ਲਹਿਰਾਂ ਗੁਰੂ ਕੇ ਸਿੱਖਾਂ ਦੇ ਹਿਰਦਿਆਂ 'ਚ ਉੱਠਦੀਆਂ ਜੀ। ਮਤਲਬ ਇੰਜ ਜੀ ਕਰਦਾ ਵੀ ਨੱਚੀਏ, ਭੰਗੜਾ ਪਾਈਏ। ਜਦੋਂ ਬੰਦਾ ਆਨੰਦ 'ਚ ਆਉਂਦਾ ਨਾ, ਫਿਰ ਇਸ ਤਰ੍ਹਾਂ ਦੀ ਹਾਲਤ ਬਣ ਜਾਂਦੀ ਜੀ।
ਹਾਂਜੀ। ਏਮ ਸਭ ਜਾਤ ਚਲੇ ਗੁਰ ਲਓ ਸੰਗਤ। ਸੰਗਤਾਂ ਸ਼ਬਦ ਪੜ੍ਹਦੀਆਂ, ਕੀਰਤਨ ਕਰਦੀਆਂ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਕਰਦੀਆਂ ਗੋਇੰਦਵਾਲ ਸਾਹਿਬ ਨੂੰ ਜਾ ਰਹੀਆਂ ਹਨ। ਚੱਲ ਆਏ ਇਮ ਗੋਇੰਦਵਾਲ। ਤੇ ਸਹਿਜੇ ਸਹਿਜੇ ਚਲਦਿਆਂ ਚਲਦਿਆਂ ਸੱਚੇ ਪਾਤਸ਼ਾਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਹੁੰਚ ਗਏ ਜੀ। ਹਾਂਜੀ। ਸਭ ਨੇ ਉਸ ਉਤਸਵ ਕੀਨ ਬੈਸਾਲ। ਜਦੋਂ ਮਹਾਰਾਜ ਗੋਇੰਦਵਾਲ ਸਾਹਿਬ ਚ ਆਏ ਹੈ ਤੇ ਸੰਗਤਾਂ ਨੇ ਮੇਲਾ ਕੀਤਾ ਜੀ ਵੱਡਾ, ਬੜਾ ਚਾਉ ਕੀਤਾ। ਹਾਂਜੀ। ਦੀਪ ਮਾਲ ਸਗਲੇ ਵਾਹ। ਪੁਰ ਹੋਈ। ਤੇ ਸੰਗਤ ਨੇ ਕੀ ਕੀਤਾ ਜੀ? ਦੀਪਮਾਲਾ ਕੀਤੀ। ਗੱਜ ਕੇ ਆਖੋ ਵਾਹਿਗੁਰੂ। ਵੀ ਮਹਾਰਾਜ ਸੱਚੇ ਪਾਤਸ਼ਾਹ ਘਰ ਆਏ ਆ। ਘਰ ਆਇਆ ਪਿਰ ਮੇਰਾ, ਘਰ ਆਇਆ ਪਿਰ ਮੇਰਾ, ਘਰ ਆਇਆ ਪਿਰ ਮੇਰਾ, ਮੇਰਾ ਘਰ ਆਇਆ ਪਿਰ ਮੇਰਾ। ਧੰਨ ਧੰਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ। ਸੰਗਤਾਂ ਨੇ ਦੀਪਮਾਲਾ ਕੀਤੀ। ਦਰਸ਼ਨ ਕਹੋ ਆਏ ਸਭ ਕੋਈ। ਸਾਰੇ ਮਹਾਰਾਜ ਗਰੀਬ ਨਵਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਜੀ। ਹਾਂਜੀ। ਮధుਰ ਪ੍ਰਸਾਦ ਭਇਓ ਸਮੁਦਾਈ। ਮਿੱਠਾ ਪ੍ਰਸਾਦ, ਕੜਾ ਪ੍ਰਸਾਦ ਵਰਤਿਆ। ਵਰਤਤ ਸੰਗਤ ਸਗਲ ਅਗਾਈ। ਐ ਸੰਗਤ ਨੇ ਰੱਜ ਰੱਜ ਕੇ ਪ੍ਰਸਾਦ ਛਕਿਆ। ਫੂਲਨ ਮਾਲਾ ਆਨਤ ਕੀ। ਕਈ ਤੇ ਫਿਰ ਫੁੱਲਾਂ ਦੇ ਸਿਹਰੇ ਲੈ ਕੇ ਆਏ ਹਨ। ਦਰਸੈ ਕਿਤਕ ਆਨ ਫਲ ਤੇ। ਮਹਾਰਾਜ ਗਰੀਬ ਨਵਾਜ ਜੀ ਨੂੰ ਭੇਟਾ ਕਰਦੇ ਆ। ਕਈ ਫਲ ਫਰੂਟ ਲੈ ਕੇ ਆਉਂਦੇ ਹਨ। ਸਭ ਸੰਗਤ ਕੀ ਸੁਨ ਕਰ ਬਿਨਤੀ। ਮਹਾਰਾਜ ਗਰੀਬ ਨਵਾਜ ਸਾਰੀਆਂ ਸੰਗਤਾਂ ਦੀ ਬੇਨਤੀ ਸੁਣ ਕੇ ਗਾਦੀ ਪਰ ਬੈਠੇ ਤਜ ਗਿਨਤੀ। ਮਹਾਰਾਜ ਮੁੜ ਗੱਦੀ ਸਾਹਿਬ ਤੇ ਬੈਠ ਗਏ ਜੀ। ਤੇ ਬਾਬਾ ਦਾਤੂ ਕੱਲਾ ਹੀ ਬੈਠਾ, ਲੱਤ ਪੀੜ ਹੋ ਰਹੀ ਜੀ। ਹਾਂਜੀ। ਦੇਨ ਲਗੇ ਦਰਸ਼ਨ ਪੁਨ ਤੈਸੇ। ਫਿਰ ਮਹਾਰਾਜ ਪਹਿਲਾਂ ਵਾਂਗੂ ਦਰਸ਼ਨ ਦੇਣ ਲੱਗ ਪਏ। ਸਿੱਖ ਸਰਬ ਪਰਿਵਾਰ ਤਬੈਸੇ। ਪਰਿਵਾਰਾਂ ਸਹਿਤ ਸਿੱਖਾਂ ਨੇ ਆ ਕੇ ਦਰਸ਼ਨ ਕੀਤੇ, ਆ ਕੇ ਸੰਗਤ ਵਿੱਚ ਬੈਠੇ। ਜੇਤਕ ਸੰਗਤ ਹੁਤੀ ਵਿਦੇਸ਼ੂ। ਜਿਹੜੀ ਵਿਦੇਸ਼ 'ਚ ਸੰਗਤ ਰਹਿੰਦੀ ਹੈ, ਬਾਹਰ ਸੰਗਤ ਰਹਿੰਦੀ ਹੈ, ਹਾਂਜੀ, ਦਰਸ਼ਨ ਕਰ ਵਰ ਪਾਏ ਵਿਸ਼ੇਸ਼ੂ। ਉਹ ਵੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਮਹਾਰਾਜ ਗੋਇੰਦਵਾਲ ਸਾਹਿਬ 'ਚ ਆ ਗਏ ਆ। ਉਹ ਵੀ ਮਹਾਰਾਜ ਦੇ ਚਰਨਾਂ ਵਿੱਚ ਆਏ ਜੀ ਸਾਰੇ। ਹਾਂਜੀ। ਰਹਿ ਕੇਤਕ ਦਿਨ ਗਈ ਅਵਾਸੂ। ਕਈ ਦਿਨ ਸੰਗਤਾਂ ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਗਈਆਂ, ਵਿਦੇਸ਼ਾਂ ਵਾਲੀਆਂ। ਹਾਂਜੀ। 10 ਦਿਸ ਕੀਰਤ ਕਰਤ ਪ੍ਰਕਾਸ਼। ਬਸ ਚਾਰੇ ਪਾਸੇ ਮਹਾਰਾਜ ਦੀ ਸਿਫਤ ਜਸ ਵਡਿਆਈ ਜਿਹੜੀ ਹੈ ਉਹ ਫੈਲ ਗਈ। ਸੋ ਇਸ ਤਰੀਕੇ ਨਾਲ ਬਾਬਾ ਜੀ ਨੇ ਭਲਾ ਕੀਤਾ ਸੰਗਤ ਦਾ। ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਾਏ ਤੇ ਬਾਬਾ ਜੀ ਨੇ ਕੀਤਾ ਭਲਾ, ਤੇ ਫਿਰ ਵੀ ਆਪਣੇ ਆਪ ਨੂੰ ਨਹੀਂ ਬਾਬਾ ਜੀ ਨੇ ਜਣਾਇਆ ਜੀ। ਸੋ ਅਗਲੀ ਕਥਾ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ।